ਉਹ ਵੀ ਦੂਰ ਹੋਊਗੀ। ਤਾਂ ਇਹ ਵੈਸੇ ਆਪਾਂ ਅੱਗੇ ਕਈ ਵਾਰੀ ਕਰ ਚੁੱਕੇ ਹਾਂ ਡਿਸਕਸ ਸਰਵਾਈਕਲ ਦੀ, ਵੀ ਗਰਦਨ ਦੀਆਂ ਕਿਹੜੀਆਂ ਐਕਸਰਸਾਈਜ਼ਾਂ ਕਰਨੀਆਂ ਹੈਗੀਆਂ। ਅੱਜ ਆਪਾਂ ਸਿਰਫ ਉਹਨਾਂ ਨੂੰ ਟੱਚ ਹੀ ਕਰਨਾ ਹੈਗਾ, ਇੱਕ ਤਰ੍ਹਾਂ ਨਾਲ ਰਿਪੀਟ ਕਰਨਾ ਹੈਗਾ। बिल्कुल जी। तो गर्दन दी ऊपर नीचे खब्बे सज्जे और मतलब ऊपर और नीचे वाली क्रिया जी, और फिर खब्बे कंन ਨੂੰ ਮੋਢੇ ਵੱਲ ਝੁਕਾਉਣਾ ਔਰ ਸੱਜੇ ਕੰਨ ਨੂੰ ਮੋਢੇ ਵੱਲ ਝੁਕਾਉਣਾ ਔਰ ਇਸੇ ਢੰਗ ਨਾਲ ਮਤਲਬ ਮਰੋੜਨ ਦੀ ਕਿਰਿਆ ਇੱਕ ਪਾਸੇ ਨੂੰ ਦੁਬਾਰਾ ਫਾਇਦਾ ਹੁੰਦਾ ਹੈ ਜੀ। ਕਿਉਂ ਫਾਇਦਾ ਹੁੰਦਾ ਹੈਗਾ ਕਿ ਜਦੋਂ ਅਸੀਂ ਸਾਂਸ ਭਰਾਂਗੇ ਤਾਂ ਆਕਸੀਜਨ ਸਾਡੇ ਅੰਦਰ ਜਾਊਗੀ। ਲੰਬਾ ਸਾਂਸ ਭਰਾਂਗੇ ਤਾਂ ਲੰਬੇ ਸਾਂਸ ਭਰਦੇ ਹੋਏ ਜਦੋਂ ਅਸੀਂ ਸੂਖਮ ਯੋਗਿਕ ਕਿਰਿਆਵਾਂ ਕਰਾਂਗੇ ਜੀ ਤੇ ਉਹਦੇ ਵਿੱਚ ਕੀ ਹੋਊਗਾ ਕਿ ਤਾਜ਼ੀ ਆਕਸੀਜਨ ਜਿਹੜੀ ਆ ਸਾਡੇ ਬਲੱਡ 'ਚ ਇਨਕਲੂਡ ਹੋਊਗੀ, ਸ਼ਾਮਲ ਹੋਊਗੀ ਜੀ। ਔਰ ਉਹ ਬਲੱਡ ਦਾ ਸਰਕੂਲੇਸ਼ਨ ਸਾਰੇ ਸਰੀਰ 'ਚ ਹੋਣਾ ਹੁੰਦਾ ਤਾਂ ਸਰੀਰ ਦੇ ਹਰੇਕ ਭਾਗ 'ਚ ਹਰੇਕ ਸੂਖਮ ਪਾਰਟ ਦੇ ਉੱਤੇ ਵੀ ਜਾਊਗਾ, ਚਾਹੇ ਗਰਦਨ ਦਾ ਪਾਰਟ ਹੋਵੇ, ਚਾਹੇ ਬਾਜ਼ੂ ਦਾ ਕੋਈ ਪਾਰਟ, ਚਾਹੇ ਲੱਤ ਦਾ ਕੋਈ ਪਾਰਟ ਹੋਵੇ, ਹਰੇਕ ਥਾਂ ਤੇ ਹਰੇਕ ਜੋੜ ਤੱਕ ਉਹਦਾ ਅਸਰ ਜਾਣਾ ਆ। ਜਿੱਦਾਂ ਹੁਣ ਆਪਾਂ ਪਹਿਲੀ ਹੀ ਕਿਰਿਆ ਕਰਕੇ ਹਟੇ ਆ, ਭਾਵੇਂ ਦੰਦ ਦਬਾਏ ਆ, ਦੰਦ ਭਾਵੇਂ ਫਿਕਸ ਵਾ, ਲੇਕਿਨ ਦੰਦ ਦੀ ਜੜ੍ਹਾਂ ਦੇ ਵਿੱਚ ਵੀ ਖੂਨ ਦੀ ਸਪਲਾਈ ਹੈਗੀ ਆ। ਸੋ ਜਦੋਂ ਅਸੀਂ ਸਾਂਸ ਨਾਲ ਜੋੜ ਕੇ ਮਤਲਬ ਕੋਈ ਕਿਰਿਆ ਕਰਾਂਗੇ ਤਾਂ ਤਾਜ਼ੀ ਆਕਸੀਜਨ ਅੰਦਰ ਜਾਊਗੀ ਔਰ ਜਦੋਂ ਅਸੀਂ ਸਾਂਸ ਬਾਹਰ ਛੱਡਾਂਗੇ ਤਾਂ ਉਸ ਪਾਰਟ ਦੇ ਵਿੱਚੋਂ ਜਿਹੜੀ ਕੋਈ ਜਿੱਦਾਂ ਜੋੜ ਦੇ ਤੇ ਮੈਂ ਦੱਸਿਆ ਸੀਗਾ ਕਿ ਟੌਕਸਿਨ ਜਮ੍ਹਾਂ ਹੁੰਦੇ ਆ, ਜ਼ਹਿਰੀਲੇ ਤੱਤਵ ਜਾਂ ਦੂਸ਼ਿਤ ਪਦਾਰਥ ਜਮ੍ਹਾਂ ਹੁੰਦੇ ਆ। ਜਦੋਂ ਅਸੀਂ ਮੂਵਮੈਂਟ ਕਰਾਂਗੇ ਉਹ ਮੂਵਮੈਂਟ ਕਰਨ ਦੇ ਨਾਲ ਪਦਾਰਥ ਔਰ ਜਿਹੜੀ ਸਾਂਸ ਬਾਹਰ ਕੱਢਣੀ ਆ ਉਹਦੇ ਵਿੱਚ ਉਸ ਸਥਾਨ ਦੀ ਜਿਹੜੀ ਦੂਸ਼ਿਤ ਵਾਯੂ 'ਚ ਉਹ ਮਿਲ ਕੇ ਦੂਸ਼ਿਤ ਪਦਾਰਥ ਜਿਹੜੇ ਦੂਸ਼ਿਤ ਵਾਯੂ 'ਚ ਮਿਲ ਕੇ ਬਾਹਰ ਨਿਕਲ ਜਾਣਗੇ। ਸੋ ਨਾਲ ਲੰਬੇ ਸਾਹਾਂ ਨਾਲ ਜੋੜ ਕੇ ਇਹ ਸੂਖਮ ਕਿਰਿਆਵਾਂ ਕਰਨੀਆਂ ਜਿਹੜੀਆਂ ਆ ਉਹ ਬੜੀਆਂ ਹੀ ਲਾਹੇਵੰਦ ਹੋ ਜਾਂਦੀਆਂ ਹੈਗੀਆਂ। ਸੋ ਆਪਾਂ ਹੁਣ ਸਿਰ ਤੋਂ ਸ਼ੁਰੂ ਕੀਤਾ ਸੀ। ਸਿਰ ਦੀ ਕੋਈ ਹੱਡੀ ਸੀਗੀ ਜਵਾੜੇ ਦੀ ਜਿਹੜੀ ਕਿ ਆਪਾਂ ਮਤਲਬ ਉਹਨੂੰ ਦਬਾਇਆ, ਪ੍ਰੈਸ ਕੀਤਾ ਤਾਂ ਖੋਲਿਆ ਆ। ਬਿਲਕੁਲ ਜੀ। ਤੇ ਜੇ ਹੋਰ ਵੀ ਵੱਧ ਤੋਂ ਵੱਧ ਕਰਨਾ ਹੋਵੇ ਤਾਂ ਅੱਖਾਂ ਝਪਕਣ ਵਾਲੀ ਕਿਰਿਆ ਜਿਹੜੀ ਅੱਖਾਂ 'ਚ ਕੋਈ ਹੱਡੀ ਤੇ ਨਹੀਂ ਹੈ ਪਲਕਾਂ ਦੇ ਵਿੱਚ, ਲੇਕਿਨ ਜਿਹੜੇ ਕੰਨ ਆ, ਕੰਨਾਂ ਨੂੰ ਅਸੀਂ ਇਦਾਂ ਲਪੇਟ ਸਕਦੇ ਹਾਂ ਜਿੱਦਾਂ ਬੱਚੇ ਖੇਡਦੇ ਬੈਠੇ ਕਰਦੇ ਹੁੰਦੇ ਆ, ਉੱਪਰ ਤੋਂ ਲਪੇਟਣਾ ਔਰ ਖੋਲਣਾ। ਔਰ ਇਹਦੇ ਨਾਲ ਵੀ ਕੰਨਾਂ ਦੇ ਜਿਹੜੇ ਆ ਤੰਤੂ ਆ ਸਾਰੇ ਔਰ ਜਿਹੜੀ ਪਾਰਟ ਹੱਡੀ ਦਾ ਉਹਨੂੰ ਤਾਕਤ ਮਿਲੂਗੀ। ਬਿਲਕੁਲ ਜੀ। ਹੁਣ ਆਪਾਂ ਗਰਦਨ ਤੇ ਆ ਗਏ। ਗਰਦਨ ਦੀਆਂ ਕਿਰਿਆਵਾਂ ਦੇ ਵਿੱਚ ਇਹ ਇੱਕ ਤਾਂ ਸੂਖਮ ਕਿਰਿਆ ਚਾਹੇ ਹੋਵੇ, ਭਾਵੇਂ ਉਹਨੂੰ ਨਾਰਮਲ ਸਪੀਡ ਔਰ ਮੱਧਮ ਸਪੀਡ ਔਰ ਫਾਸਟ ਸਪੀਡ ਨਾਲ ਵੀ ਕਰਨਾ ਹੋਵੇ, ਪਰ ਉਹਦੇ ਵਿੱਚ ਜਰਕ ਜਾਂ ਝਟਕਾ ਬਿਲਕੁਲ ਕਦੇ ਵੀ ਨਹੀਂ ਲਗਾਉਣਾ। ਯੋਗ ਜਿਹੜਾ ਵਾ ਸਭ ਤੋਂ ਪਹਿਲਾਂ ਇਸ ਚੀਜ਼ ਦੀ ਤਕੀਦ ਕਰਦਾ ਵਾ ਕਿ ਬਈ ਜਿੱਦਾਂ ਹੁਣ ਵੇਟ ਚੱਕਣ ਵਾਲੇ ਲੋਕ ਆ ਉਹ ਜਰਕ ਨਾਲ ਵੇਟ ਚੱਕਦੇ ਆ ਨਾ, ਜਾਂ ਫਿਰ ਜਰਕ ਨਾਲ ਥੱਲੇ ਸੁੱਟਦੇ ਆ, ਤਾਂ ਮਤਲਬ ਕੀ ਹੁੰਦਾ ਕਿ ਕਈ ਵਾਰ ਕੀ ਹੁੰਦਾ ਫਿਰ ਜਰਕ ਨਾਲ ਚੱਕਣ ਨਾਲ ਉਹਨਾਂ ਦੇ ਇੱਥੇ ਫਿਰ ਬੈਲਟ ਬੰਨ੍ਹਣੀ ਪੈਂਦੀ ਆ ਉਹਨਾਂ ਨੂੰ ਕਮਰ ਤੇ। ਜੇ ਬੈਲਟ ਨਾ ਬੰਨਣ ਤਾਂ ਫਿਰ ਕਮਰ ਨੂੰ ਕਿਸੇ ਨਾ ਕਿਸੇ ਪਾਸੇ ਥੋੜਾ ਜਿਹਾ ਦਿੱਕਤ ਵੀ ਆ ਜਾਂਦੀ ਕਈ ਦਫਾ। ਬਿਲਕੁਲ ਜੀ ਬਿਲਕੁਲ। ਸੋ ਮਤਲਬ ਕਹਿੰਦਾ ਜਰਕ ਨਾਲ ਕੋਈ ਵੀ ਕਿਰਿਆ ਕਰਾਂਗੇ, ਚਾਹੇ ਕੋਈ ਵੀ ਐਕਸਰਸਾਈਜ਼ ਕਰਾਂਗੇ, ਹਾਲਾਂਕਿ ਐਕਸਰਸਾਈਜ਼ਾਂ ਜਿਹੜੀਆਂ ਵੇਟ ਚੱਕਣ ਦੇ ਮੁਕਾਬਲੇ ਤਾਂ ਬਹੁਤ ਸਿੰਪਲ ਨੇ, ਉਹ 'ਚ ਇੰਨਾ ਜ਼ੋਰ ਵੀ ਨਹੀਂ ਲੱਗਦਾ, ਪਰ ਇੱਥੇ ਵੀ ਆਪਾਂ ਖਾਸ ਤੌਰ ਤੇ ਇਸ ਗੱਲ ਦੀ ਤਕੀਦ ਕਰਦੇ ਹਾਂ ਕਿ ਜਰਕ ਨਹੀਂ ਲਗਾਉਣੀ ਭਾਈ। ਪਹਿਲਾਂ ਸੂਖਮ ਕਿਰਿਆ ਨੂੰ ਨਾਰਮਲ ਸਪੀਡ ਨਾਲ ਕਰੋ, ਫਿਰ ਥੋੜਾ ਜਿਹਾ ਫਾਸਟ ਮੱਧਮ ਗਤੀ ਦੇ ਨਾਲ ਕਰੋ ਔਰ ਫਿਰ ਥੋੜਾ ਜਿਹਾ ਫਾਸਟ ਸਪੀਡ ਨਾਲ ਕਰੋ। ਇੱਕ ਤਾਂ ਇਹ ਹੋ ਗਿਆ। ਦੂਸਰਾ ਹੈਗਾ ਕਿ ਉਸ ਨੂੰ ਸਾਂਸ ਨਾਲ ਜੋੜ ਕੇ ਕਰੋ। ਸਾਂਸ ਭਰੋ ਔਰ ਛੱਡੋ, ਭਰੋ ਔਰ ਛੱਡੋ। ਜਦੋਂ ਸਾਂਸ ਭਰਨ ਛੱਡਣ ਦੇ ਨਾਲ ਅਸੀਂ ਉਹ ਕਿਰਿਆ ਕਰਨੀ ਆ ਤਾਂ ਫਿਰ ਸਾਂਸ ਦੀ ਸਪਲਾਈ, ਸਾਂਸ ਦੇ ਨਾਲ ਨਾਲ ਤਾਜ਼ੀ ਆਕਸੀਜਨ ਅੰਦਰ ਜਾ ਕੇ ਖੂਨ ਸ਼ੁੱਧ ਤਾਜ਼ਾ ਹੋਣਾ ਔਰ ਉਸ ਸ਼ੁੱਧ ਤਾਜ਼ੇ ਖੂਨ ਦੀ ਸਪਲਾਈ ਉਸ ਪਾਰਟ ਨੂੰ ਜਾਣੀ, ਤਾਂ ਉਸ ਪਾਰਟ ਨੂੰ ਤਾਕਤ ਵੀ ਮਿਲੀ ਔਰ ਉਸ ਪਾਰਟ ਦਾ ਜਿਹੜਾ ਦੂਸ਼ਿਤ ਪਦਾਰਥ ਬਾਹਰ ਨਿਕਲ ਗਿਆ ਤੇ ਉਹਦੀ ਸਫਾਈ ਵੀ ਹੋਈ। ਤਾਂ ਗਰਦਨ ਦੇ ਵਿੱਚ ਅਸੀਂ ਹੁਣ ਕੀ ਕਰਨਾ ਹੈਗਾ, ਸਪੋਜ਼ ਅਸੀਂ ਬੈਠੇ ਹਾਂ, ਜ਼ਰੂਰੀ ਨਹੀਂ ਹੈ ਕਿ ਥੱਲੇ ਚੌਂਕੜੀ ਮਾਰ ਕੇ ਹੀ ਬੈਠਣਾ ਹੈਗਾ, ਆਪਾਂ ਖੜੇ ਹੋ ਕੇ ਵੀ ਇਹ ਕਰ ਸਕਦੇ ਹਾਂ, ਕੁਰਸੀ ਤੇ ਬੈਠੇ ਵੀ ਕਰ ਸਕਦੇ ਹਾਂ, ਕੁਰਸੀ ਤੇ ਬੈਠੇ ਵੀ ਕਰ ਸਕਦੇ ਹਾਂ। ਤਾਂ ਜੇ ਖੜੇ ਹੋ ਕੇ ਕਰਨਾ ਹੈ ਸਪੋਜ਼, ਤਾਂ ਫਿਰ ਕੀ ਹੈਗਾ ਕਿ ਅਸੀਂ ਮਤਲਬ ਨਾਰਮਲ ਪੈਰਾਂ 'ਚ ਨਾਰਮਲ ਜਿਹਾ ਫਾਸਲਾ ਰੱਖ ਲਿਆ, ਹੱਥ ਜਿਹੜੇ ਨੇ ਇੱਦਾਂ ਨਾਲ ਸਟਾ ਲਏ
ਜੀ ਬਿਲਕੁਲ ਚਿਪਕਾ ਲਏ। ਜਿੱਦਾਂ ਆਪਾਂ ਜਨਗਣ ਮਨ ਤੇ ਖੜਦੇ ਹੁੰਦੇ ਆ। ਜਨਗਣ ਮਨ ਤੇ ਕੁਦਰਤੀ ਮੁੱਠੀ ਬੰਦ ਹੁੰਦੀ ਆ, ਜੀ ਇਹ 'ਚ ਹੱਥ ਖੋਲ ਕੇ ਜੀ ਪੱਟਾਂ ਦੇ ਨਾਲ ਲਗਾ ਕੇ ਰੱਖੋ, ਨਾਲ ਚਿਪਕਾ ਕੇ ਰੱਖੋ, ਨਾਲ ਸਟਾ ਕੇ ਰੱਖੋ, ਜੀ ਤਾਂ ਕਿ ਸਰੀਰ ਜਿਹੜਾ ਸਿੱਧਾ ਔਰ ਬਿਲਕੁਲ ਸਥਿਰ ਸਿੱਧੀ ਰਹੇ। ਰਵੇ ਰੀੜ ਸਰੀਰ ਦੀ ਸਿੱਧਾ ਔਰ ਸਥਿਰ ਰਵੇ। ਜੀ ਪੈਰਾਂ 'ਚ ਫਾਸਲਾ ਨਾਰਮਲ ਰੱਖਣਾ ਤਾਂ ਕਿ ਸਰੀਰ ਕੰਬੇ ਡੋਲੇ ਨਹੀਂ। ਜੀ ਔਰ ਅਸੀਂ ਜਿਹੜੇ ਇੱਕ ਪਾਰਟ ਤੇ ਪਰਟੀਕੂਲਰ ਪਾਰਟ ਦੇ ਉੱਤੇ ਅਸੀਂ ਕੰਮ ਕਰਨਾ ਚਾਹੁੰਦੇ ਆ, ਜੀ ਉੱਥੇ ਹੀ ਫਿਰ ਉਹਦਾ ਸਿੱਧਾ ਡਾਇਰੈਕਟ ਜਿਹੜਾ ਅਸਰ ਆ ਉਸ ਪਾਰਟ ਦੇ ਉੱਤੇ ਹੋਊਗਾ। ਜੀ ਹੁਣ ਅਸੀਂ ਗਰਦਨ ਦੇ ਪਾਰਟਸ ਨੂੰ ਅਸੀਂ ਸਪੋਜ਼ ਫਾਇਦਾ ਪਹੁੰਚਾਉਣਾ ਆ, ਅਸੀਂ ਸਰੀਰ ਨੂੰ ਬਿਲਕੁਲ ਸਥਿਰ ਰੱਖ ਲਿਆ, ਹੱਥਾਂ ਨਾਲ ਸਰੀਰ ਨੂੰ ਦਬਾ ਲਿੱਤਾ, ਜੀ ਔਰ ਦਬਾਉਣ ਤੋਂ ਬਾਅਦ ਸਰੀਰ ਸਿੱਧਾ ਔਰ ਸਥਿਰ ਹੋ ਗਿਆ। ਔਰ ਹੁਣ ਅਸੀਂ ਠੋਡੀ ਉੱਪਰ ਔਰ ਨੀਚੇ ਲਿਜਾਣੀ। ਤਾਂ ਪਹਿਲਾਂ 2 ਵਾਰੀ ਮੈਂ ਕੀ ਕਰਦਾ ਆ, ਮਤਲਬ ਨਾਰਮਲ ਸਪੀਡ ਨਾਲ ਸਾਂਸ ਭਰਦੇ ਹੋਏ ਮੈਂ ਉੱਪਰ ਨੂੰ ਗਿਆ, ਜੀ ਜਿੰਨੀ ਠੋਡੀ ਬੈਕਵਰਡ ਲੈ ਜਾ ਸਕਦਾ ਸੀ, 1 ਸੈਕਿੰਡ ਵੀ ਰੁਕਿਆ, ਔਰ ਫਿਰ ਸਾਂਸ ਛੱਡਦੇ ਹੋਏ ਵਾਪਸ ਆਇਆ, ਜੀ ਔਰ ਫਿਰ ਠੋਡੀ ਨਾਲ ਦਬਾਇਆ ਗਲਾ। ਸਰ ਜੀ ਸਰਵਾਈਕਲ ਪ੍ਰੋਬਲਮ ਚ ਆਪਾਂ ਇਹ ਹੇਠਾਂ ਨਹੀਂ ਕਰ ਸਕਦੇ ਨਾ? ਨਾਰਮਲ ਆਮ ਬੰਦੇ ਲਈ ਮੈਂ ਗੱਲ ਕਰਦਾ ਆ, ਜੀ। ਜਿਹਨੂੰ ਗਰਦਨ ਦੀ ਕੋਈ ਪ੍ਰੋਬਲਮ ਨਹੀਂ ਹੈ, ਉਹ ਥੱਲੇ ਜਾ ਕੇ ਠੋਡੀ ਨਾਲ ਗਲਾ ਦਬਾਵੇ। ਇੱਕ ਜੀ। ਵਾਰ ਹੋ ਗਿਆ। ਜੀ ਪਰ ਜਿਹਦੇ ਗਰਦਨ 'ਚ ਦਰਦ ਵਾ ਉਹ ਥੱਲੇ ਨਾ ਜਾਵੇ, ਉਹ ਪਿੱਛੇ ਜਾਵੇ ਔਰ ਵਾਪਸ ਸਾਹਮਣੇ ਆ ਜਾਵੇ। ਸਿੱਧਾ ਆਵੇ। ਜਿਹਦੇ ਗਰਦਨ 'ਚ ਦਰਦ ਨਹੀਂ ਹੈ, ਉਹ ਪਿੱਛੇ ਜਾਣ ਤੋਂ ਬਾਅਦ ਨੀਚੇ ਜਾਵੇ ਔਰ ਠੋਡੀ ਨਾਲ ਗਲਾ ਦਬਾਵੇ। ਜੀ ਜੀ ਬਸ ਇੰਨੀ ਕੁ ਪ੍ਰੀਕਾਸ਼ਨ ਦੀ ਜ਼ਰੂਰਤ ਹੈਗੀ ਆ। ਗਰਦਨ ਦਰਦ ਵਾਲੇ ਨੂੰ ਥੱਲੇ ਨਹੀਂ ਝੁਕਣ ਦੀ ਜ਼ਰੂਰਤ ਹੁੰਦੀ। ਜੀ ਔਰ ਪਹਿਲਾਂ ਆਪਾਂ ਇਹਨੂੰ ਸਲੋ ਪ੍ਰੋਸੈਸ ਨਾਲ ਕੀਤਾ, ਸਾਂਸ ਭਰਦੇ ਹੋਏ ਉੱਪਰ ਨੂੰ ਗਏ, ਹੌਲੀ ਹੌਲੀ ਪੂਰਾ ਮੈਕਸਿਮਮ ਬੈਂਡ ਕੀਤਾ ਬੈਕਵਰਡ, ਔਰ ਫਿਰ ਸਾਂਸ ਛੱਡਦੇ ਹੋਏ ਨੀਚੇ ਵੱਲ ਨੂੰ ਗਏ, ਜੀ ਔਰ ਠੋਡੀ ਨਾਲ ਗਲਾ ਦਬਾਇਆ। 2 ਵਾਰੀ ਹੋ ਗਿਆ। ਜੀ ਹੁਣ ਥੋੜੀ ਜਿਹੀ ਸਪੀਡ ਵਧਾ ਦਿੰਨੇ ਆ, ਮੀਡੀਅਮ ਸਪੀਡ ਤੇ ਆ ਜਾਂਦੇ ਆ। ਜੀ ਸਾਸ ਛੱਡਣੀ ਤੇ ਸਾਸ ਭਰਨੀ, ਬਸ ਉੱਪਰ ਨੂੰ ਜਾਂਦੇ ਹੋਏ ਸਾਸ ਭਰਨੀ ਤੇ ਹੇਠਾਂ ਨੂੰ ਸਾਸ ਬਿਲਕੁਲ। ਛੱਡਣੀ। ਔਰ ਛੱਡਣ ਵੇਲੇ ਅਸੀਂ ਬੇਸ਼ੱਕ ਮੂੰਹ ਨਾਲ ਫੂਕ ਮਾਰ ਲਈਏ, ਜੀ। ਉਹ ਵੀ ਚੱਲ ਜੂਗਾ, ਜੀ ਲੇਕਿਨ ਭਰਨ ਵੇਲੇ ਅਸੀਂ ਮੂੰਹ ਨਾਲ ਹਵਾ ਕਦੇ ਵੀ ਨਹੀਂ ਭਰਨੀ, ਜੀ ਨੱਕ ਨਾਲ ਹੀ ਭਰਨੀ ਹੈਗੀ। ਜੀ ਇਹ ਮੀਡੀਅਮ ਸਪੀਡ ਹੋ ਗਈ। ਔਰ ਇਦਾਂ ਹੀ ਜੇ ਫਾਸਟ ਸਪੀਡ ਨਾ ਕਰਨਾ ਹੈਗਾ। ਹੁਣ ਜੀ। ਥੋੜਾ ਜਿਹਾ ਫਾਸਟ ਹੋ ਜਾਊਗਾ, ਕਿਉਂਕਿ ਸਾਡੀ ਗਰਦਨ ਥੋੜੀ ਜਿਹੀ ਨਰਮ ਹੋ ਗਈ ਉੱਪਰ ਨੀਚੇ ਜਾਣ ਵਾਸਤੇ। ਜੀ ਪਹਿਲੀ ਕਿਰਿਆ ਨੂੰ ਕਰਨ ਵਾਸਤੇ ਥੋੜੀ ਜਿਹੀ ਹੋਰ ਉਹ ਐਕਟਿਵ ਹੋ ਗਈ। ਹੁਣ ਅਸੀਂ ਸਾਂਸ ਭਰਾਂਗੇ, ਲੇਕਿਨ ਇਹਦੇ ਵਿੱਚ ਮੈਂ ਇਸ ਗੱਲ ਦਾ ਖਾਸ ਤੌਰ ਤੇ ਧਿਆਨ ਰੱਖਿਆ ਆ ਜੀ ਕਿ ਝਟਕਾ ਜਾਂ ਜਰਕ ਨਹੀਂ ਲਗਾਈ। ਹੂੰ ਫਿਰ ਵੀ ਆਰਾਮ ਨਾਲ ਹੀ ਮਤਲਬ ਕੋਸ਼ਿਸ਼ ਕੀਤੀ ਆ, ਔਰ ਅਪ ਟੂ ਦੀ ਐਕਸਟੈਂਟ ਜਾਣਾ ਹੈਗਾ। ਹੂੰ ਜਿੰਨਾ ਵੱਧ ਤੋਂ ਵੱਧ ਪਿੱਛੇ ਜਾ ਸਕਦੇ, ਜਿੰਨਾ ਵੱਧ ਤੋਂ ਵੱਧ ਨੀਚੇ ਜਾ ਸਕਦੇ ਆ। ਜੀ। ਹੁਣ ਬਹੁਤੇ ਲੋਕ ਕੀ ਕਰਦੇ ਆ, ਉਹ ਐ ਕਰਦੇ, ਉੱਪਰ ਝਟਕਾ ਥੱਲੇ ਸਰ ਝਟਕਾ, ਇਦਾਂ ਦੇ ਝਟਕੇ ਔਰ ਨਾਲ- ਨਾ ਉਹਨਾਂ ਨੇ ਇੱਥੋਂ ਤੱਕ ਚਲੇ ਗਏ, ਜਦ ਕਿ ਗਰਦਨ ਤਾਂ ਹੋਰ ਪਿੱਛੇ ਜਾ ਸਕਦੀ ਸੀ। ਹੂੰ ਗਰਦਨ ਤਾਂ ਜੇ ਹੋਰ ਪਿੱਛੇ ਜਾ ਸਕਦੀ ਸੀ। ਪੂਰੀ ਗਰਦਨ ਵੀ ਨਹੀਂ ਲਗਾਏ, ਝਟਕਾ ਵਾਧੂ ਮਾਰਤਾ। ਜੀ ਔਰ ਥੱਲੇ ਜਾਣਾ ਸੀ, ਉਹਨਾਂ ਨੇ ਗਲੇ ਠੋਡੀ ਨਾਲ ਗਲੇ ਨੂੰ ਦਬਾਇਆ ਵੀ ਨਹੀਂ, ਬਸ ਇੰਨਾ ਕੁ ਥੱਲੇ ਨੂੰ ਮਾਰਿਆ ਸਿਰ। ਔਰ ਜਦ ਕਿ ਹੋਰ ਥੱਲੇ ਜਾਇਆ ਜਾ ਸਕਦਾ ਸੀ, ਹੋਰ ਠੋਡੀ ਨਾਲ ਗਲਾ ਦਬਾਇਆ ਜਾ ਸਕਦਾ ਸੀ। ਸੋ ਜੀ। ਮਤਲਬ ਕਹਿਣ ਦਾ ਕਿ ਸੂਖਸ਼ਮ ਕਿਰਿਆ ਜਦੋਂ ਵੀ ਕਰਨੀ ਆ, ਉਹ ਪੂਰੀ ਕਨਸੈਂਟਰੇਸ਼ਨ ਨਾਲ, ਪੂਰੀ ਕਹਿ ਲਓ ਕਿ ਜਾਨ ਲਗਾਣੀ ਹੈਗੀ, ਜੀ ਪੂਰੀ ਉਹਦੇ ਵਿੱਚ ਇਕਾਗਰਤਾ ਲਗਾਣੀ ਹੈਗੀ। ਜੀ ਤੋ ਇਹ ਗਰਦਨ ਦੀ ਇੱਕ ਕਿਰਿਆ ਹੋ ਗਈ। ਹੁਣ ਗਰਦਨ ਦੀ ਦੂਸਰੀ ਕਿਰਿਆ, ਮੰਨ ਲਓ ਮੈਂ ਇੱਕ ਪਾਸੇ ਵੱਲ ਨੂੰ ਗਰਦਨ ਮੋੜੀ, ਠੀਕ ਆ, ਜੀ ਹੌਲੀ ਹੌਲੀ ਸਾਂਸ ਛੱਡਦੇ ਹੋਏ ਜੀ ਤੇ ਵਾਪਸ ਆਉਂਦੇ ਹੋਏ ਸਾਂਸ ਭਰਦੇ ਹੋਏ ਮੈਂ ਵਾਪਸ ਆ ਗਿਆ। ਜੀ ਔਰ ਇਦਾਂ ਹੀ ਮੈਂ ਦੂਸਰੇ ਪਾਸੇ ਵੱਲ ਨੂੰ ਗਰਦਨ ਮਰੋੜੀ। ਮੈਂ ਖੱਬੇ ਸੱਜੇ ਦੀ ਗੱਲ ਨਹੀਂ ਕਰਦਾ, ਤੇ 1 ਸੈਕਿੰਡ ਰੁਕਣ ਤੋਂ ਬਾਅਦ ਹੌਲੀ ਹੌਲੀ ਸਾਂਸ ਭਰਦੇ ਹੋਏ ਵਾਪਸ ਆ ਗਏ। 1 ਰਾਊਂਡ ਹੋਇਆ, ਜੀ ਫਿਰ ਇਦਾਂ ਹੀ ਦੂਸਰਾ ਰਾਊਂਡ, ਸਾਂਸ ਭਰਦੇ ਹੋਏ ਗਏ ਔਰ ਸਾਂਸ ਛੱਡਦੇ ਹੋਏ ਗਏ, ਸਾਂਸ ਭਰਦੇ ਹੋਏ ਵਾਪਸ, ਔਰ ਇਦਾਂ ਹੀ ਸਾਂਸ ਛੱਡਦੇ ਹੋਏ ਗਏ ਔਰ ਸਾਂਸ ਭਰਦੇ ਹੋਏ ਵਾਪਸ। ਇਹ ਸਲੋ ਪ੍ਰੋਸੈਸ ਨਾਲ 2 ਰਾਊਂਡ ਹੋ ਗਏ। ਜੀ 3 ਰਾਊਂਡ ਥੋੜੇ ਜਿਹੇ ਮੀਡੀਅਮ ਸਪੀਡ ਨਾਲ ਲਾ ਲਓ। ਇਸ ਢੰਗ ਨਾਲ ਸਾਂਸ ਛੱਡੋ, ਭਰੋ। ਤਿੰਨ ਵਾਰੀ ਹੋ ਗਿਆ। ਔਰ ਜੀ। 5 ਵਾਰੀ ਜਿਹੜਾ ਕਰਨਾ ਹੈਗਾ, ਉਹ ਥੋੜਾ ਜਿਹਾ ਹੋਰ ਆਪਾਂ
ਥੋੜਾ ਤੇਜ਼ੀ ਲਿਆ ਸਕਦੇ ਹਾਂ, ਪਰ ਝਟਕੇ ਤੋਂ ਰਹਿਤ ਤੇਜ਼ੀ ਲਿਜਾਣਗੀ। ਜੀ ਐਂਡ ਇਸ ਢੰਗ ਨਾਲ ਗਰਦਨ ਦੀ ਦੂਸਰੀ ਕਿਰਿਆ ਹੋ ਗਈ। ਜੀ ਔਰ ਗਰਦਨ ਦੀ ਤੀਸਰੀ ਕਿਰਿਆ ਜਿਹੜੀ ਆ ਉਹ ਕੰਨ ਮੋਢੇ ਵੱਲ ਨੂੰ ਝੁਕਾਉਣਾ। ਦੇਖੋ ਇੱਕ ਕੰਨ ਮੋਢੇ ਵੱਲ ਨੂੰ ਝੁਕਾਇਆ, ਠੀਕ ਆ ਜੀ, ਔਰ ਦੂਸਰੇ ਪਾਸੇ ਦਾ ਹੱਥ ਥੱਲੇ ਵੱਲ ਨੂੰ ਖਿੱਚਿਆ। ਜੀ ਜਿਹੜੇ ਦੋਨੋਂ ਹੱਥ ਅਸੀਂ ਪੱਟਾਂ ਨਾਲ ਚਿਪਕਾ ਕੇ ਰੱਖੇ ਸੀ, ਜੀ, ਉਲਟ ਪਾਸੇ ਵਾਲਾ ਹੱਥ ਥੱਲੇ ਵੱਲ ਨੂੰ ਜਿਹੜਾ ਆ ਖਿੱਚਿਆ, ਜੀ ਔਰ ਫਿਰ ਵਾਪਸੀ ਦੇ ਉੱਤੇ ਸਾਂਸ ਭਰਿਆ। ਔਰ ਫਿਰ ਇਦਾਂ ਦੂਸਰੇ ਪਾਸੇ ਵੱਲ ਨੂੰ ਕੰਨ ਮੋਢੇ ਵੱਲ ਨੂੰ ਝੁਕਾਇਆ ਔਰ ਉਹਦਾ ਉਲਟ ਮੋਢਾ ਵਾ ਥੱਲੇ ਵੱਲ ਨੂੰ ਖਿੱਚਿਆ, ਜੀ ਔਰ ਫਿਰ ਵਾਪਸ ਆ ਕੇ ਸਾਂਸ ਭਰਦੇ ਹੋਏ ਇੱਕ ਰਾਊਂਡ ਹੋ ਗਿਆ। ਇਸੇ ਢੰਗ ਨਾਲ ਨਾਰਮਲ ਸਪੀਡ ਦੇ ਨਾਲ ਸਾਂਸ ਛੱਡਦੇ ਹੋਏ ਨੀਚੇ ਵੱਲ ਨੂੰ ਗਏ ਜੀ, ਔਰ ਉਲਟ ਮੋਢਾ ਥੱਲੇ ਨੂੰ ਖਿੱਚਿਆ, ਸਾਂਸ ਭਰਦੇ ਹੋਏ ਵਾਪਸ ਆਏ। ਜੀ ਔਰ ਇਦਾਂ ਹੀ ਸਾਂਸ ਛੱਡਦੇ ਹੋਏ ਨੀਚੇ ਵੱਲ ਗਏ ਜੀ, और सांस भरते हुए वापस आए। जी इस ढंग ਨਾਲ 2 राउंड हो गए। और फिर मतलब ਇਸੇ ਢੰਗ ਨਾਲ ਇਹਨੂੰ ਮੀਡੀਅਮ ਸਪੀਡ ਤੇ ਲੈ ਜਾਓ। ਜੀ ਛੱਡੋ ਖਿੱਚੋ, ਛੱਡੋ ਖਿੱਚੋ। ਮਤਲਬ ਗਰਦਨ ਨਾਲ ਧੌਣ ਲਾਣੀ ਹੈ ਤੇ ਫਿਰ ਤਾਂ ਨੂੰ ਲਿਜਾਣੇ ਆ। ਹਾਂ, ਲੇਕਿਨ ਇਹ ਨਹੀਂ ਕਿ ਇੰਨੀ ਕੁ ਕਰੋ, ਇੰਨੀ ਕੁ ਕਰੋ, ਇੰਨਾ ਕੁ ਕਰੋ, ਜਿੰਨੀ ਕਿ ਮਤਲਬ ਲੱਗਦੀ ਜਿੰਨੀ ਵੱਧ ਤੋਂ ਵੱਧ ਜਾਣਾ ਬੈਂਡ ਹੋ ਸਕਦੀ ਹਾਂ, ਹੈ। ਅਪ ਟੂ ਦੀ ਐਕਸਟੈਂਟ ਜਾਣਾ ਹੈਗਾ। ਜੀ ਜਿੰਨੀ ਵੱਧ ਤੋਂ ਵੱਧ ਜਾ ਸਕਦੇ ਉੱਥੇ ਤੱਕ ਜਾਣਾ, ਲੇਕਿਨ ਜਰਕ ਝਟਕੇ ਤੋਂ ਬਿਨਾ ਜਾਣਾ। सांस ਭਰਦੇ ਹੋਏ ਜੀ ਵਾਪਸ ਆਣਾ, सांस ਛੱਡਦੇ ਹੋਏ ਜਾਣਾ। ਮਤਲਬ ਧੌਣ ਦੀਆਂ ਆਪਾਂ ਕਿਰਿਆਵਾਂ ਕਰਨੀਆਂ ਤਾਂ ਸਿੱਧੇ ਖੜੇ ਹੋ ਕੇ ਕਰਨੀਆਂ। ਮੈਂ ਤਾਂ ਤੁਹਾਨੂੰ ਦੱਸਿਆ ਕਿ ਸੂਖਸ਼ਮ ਕਿਰਿਆਵਾਂ ਨੂੰ 2 ਢੰਗਾਂ ਨਾਲ ਸ਼ੁਰੂ ਕਰ ਸਕਦੇ ਹਾਂ। ਜੀ ਪੈਰ ਤੋਂ ਸਿਰ ਵੱਲ ਨੂੰ, ਸਿਰ ਤੋਂ ਪੈਰ ਵੱਲ ਨੂੰ। ਜੀ ਆਪਾਂ ਕਿਉਂਕਿ ਸਿਰ ਤੋਂ ਪੈਰ ਵੱਲ ਨੂੰ ਪ੍ਰੋਸੈਸ ਸ਼ੁਰੂ ਕੀਤਾ, ਇਸ ਲਈ ਖਲੋ ਕੇ ਵੀ ਕਰ ਸਕਦੇ ਹਾਂ। ਜੇ ਅਸੀਂ ਪੈਰ ਤੋਂ ਸਿਰ ਵੱਲ ਨੂੰ ਕਰਨਾ ਤਾਂ ਫਿਰ ਬੈਠ ਕੇ ਪੈਰਾਂ ਦੀਆਂ ਉਂਗਲਾਂ ਤੋਂ ਸ਼ੁਰੂ ਕਰ ਸਕਦੇ ਹਾਂ। ਜੀ ਹੁਣ ਅੱਜ ਅਸੀਂ ਜਿਹੜਾ ਪ੍ਰੋਸੈਸ ਸ਼ੁਰੂ ਕੀਤਾ ਉਹ ਉੱਪਰ ਤੋਂ ਥੱਲੇ ਵੱਲ ਨੂੰ ਸ਼ੁਰੂ ਕੀਤਾ ਹੈਗਾ। ਠੀਕ ਹੈ ਜੀ। तो गर्दन ਦੀਆਂ 3 ਕਿਰਿਆਵਾਂ ਹੋ ਗਈਆਂ। ਔਰ गर्दन ਦੀ ਚੌਥੀ ਕਿਰਿਆ ਜਿਹੜੀ ਹੈ, ਪਹਿਲਾਂ ਠੋਡੀ ਨੀਚੇ ਲੈ ਗਏ, ਜੀ फिर सांस भरते हुए सज्जे पासे और फिर ऊपर वाल, और फिर सांस छड्डते हुए खब्बे पासे और नीचे वाल, ठीक है जी। और फिर सांस भरते हुए ऊपर वाल ਨੂੰ ਕਲੌਕਵਾਈਜ਼ ਜਾਣਾ ਹੈਗਾ। ਪਹਿਲਾਂ ਮਤਲਬ ਤੁਸੀਂ ਚਾਹੇ ਸਿੱਧੇ ਬੰਨੇ ਨੂੰ ਲੈ ਜਾਓ, ਫਿਰ ਚਾਹੇ ਪੁੱਠੇ ਪਾਸੇ ਨੂੰ ਲੈ ਜਾਓ, ਮਤਲਬ ਘੁਮਾਉਣਾ ਹੈਗਾ ਵੀ ਮਤਲਬ ਤਾਂ ਕਹਿੰਦਾ ਜੇ ਜਿੱਧਰੋਂ ਵੀ ਤੁਸੀਂ ਸ਼ੁਰੂ ਕੀਤਾ ਦੂਸਰਾ ਚੱਕਰ ਜਿਹੜਾ ਉਹਦੇ ਉਲਟ ਉਨੇ ਹੀ ਲਗਾਣਾ, ਉਲਟ ਹੀ ਕਰਨਾ। ਜਿੱਦਾਂ ਆਪਾਂ ਜਿੰਨੀਆਂ ਪੌੜੀਆਂ ਕੋਠੇ ਤੇ ਚੜਾਂਗੇ, 13 ਪੌੜੀਆਂ ਚੜੇ ਤੇ 13 ਹੀ ਉਤਰਾਂਗੇ, ਤਾਂ ਹੀ ਉੱਥੇ ਆਵਾਂਗੇ। ਜੀ ਜੀ ਇਹ ਨਹੀਂ ਵੀ 13 ਪੌੜੀਆਂ ਚੜਨ ਤੇ ਗਏ ਤੇ ਉਤਰੇ ਅਸੀਂ 5 ਪੌੜੀਆਂ, ਜੀ ਤਾਂ ਫੇਰ ਅਸੀਂ ਮੰਜ਼ਿਲ ਤੇ ਨਹੀਂ ਪਹੁੰਚਦੇ। ਇਦਾਂ ਹੀ ਜੇ ਸਰੀਰ ਨੂੰ ਜਾਂ ਗਰਦਨ ਨੂੰ ਇਕਸਾਰ ਰੱਖਣਾ ਹੈਗਾ ਤੇ ਅਸੀਂ ਜਿੰਨੇ ਰਾਉਂਡ ਇੱਕ ਪਾਸੇ ਨੂੰ ਲਗਾਏ ਉਨਾ ਹੀ ਰਾਉਂਡ ਦੂਸਰੇ ਪਾਸੇ ਨੂੰ ਲਗਾਣੇ। ਬਿਲਕੁਲ ਜੀ ਬਿਲਕੁਲ। ਸੋ ਇਸ ਕਿਰਿਆ ਨੂੰ ਵੀ ਉਸੇ ਢੰਗ ਨਾਲ ਸਲੋ, ਮੀਡੀਅਮ ਔਰ ਫਾਸਟ ਪਹਿਲਾਂ ਹਲਕੇ ਹਲਕੇ ਕਰਨਾ ਵੀ ਸਰੀਰ ਦੇ ਵਿੱਚ ਜਿਹੜਾ ਮਤਲਬ ਪੜ ਕੇ ਹਿਲਾਇਆ ਇਹਨਾਂ ਨੂੰ ਥੋੜਾ ਹਿਲਾਉਣ ਦੀ ਤਕਲੀਫ ਹੋਏਗੀ ਤੇ ਹਲਕੇ ਕਰਨ ਦਾ ਇਹ ਫਾਇਦਾ ਹੁੰਦਾ ਆ। ਪਹਿਲਾਂ ਸਲੋ ਕਰਨ ਦੇ ਨਾਲ ਇਹ ਫਾਇਦਾ ਹੁੰਦਾ ਆ ਕਿ ਮਤਲਬ ਸਰੀਰ ਥੋੜਾ ਜਿਹਾ ਖਿਚਾਵ ਨੂੰ ਸਹਾਰਨਾ ਸਿੱਖਦਾ। ਬਿਲਕੁਲ ਦਰਦ ਹੁੰਦਾ ਕਿੰਥੋਂ ਤੱਕ ਹੁੰਦਾ ਆ। ਹਾਂ, ਫਿਰ ਥੋੜੀ ਜਿਹੀ ਸਪੀਡ ਵਧਾਉਂਦੇ ਆ, ਉਹ ਫਿਰ ਥੋੜੀ ਸਪੀਡ ਨੂੰ ਵੀ ਝੱਲਣਾ ਸਿੱਖ ਜਾਂਦਾ ਹੈਗਾ। ਜੀ ਜੀ। ਫਿਰ ਥੋੜੀ ਜਿਹੀ ਹੋਰ ਸਪੀਡ ਵਧਾਉਂਦੇ ਆ, ਉਸ ਸਪੀਡ ਨੂੰ ਵੀ ਉਹ ਬਰਦਾਸ਼ਤ ਕਰ ਲੈਂਦਾ ਹੈਗਾ। ਜੀ ਜੀ। ਤੇ ਜੇ ਪਹਿਲਾਂ ਹੀ ਸ਼ੁਰੂ 'ਚ ਆਪਾਂ ਉਹਨੂੰ ਤੇਜ਼ੀ ਨਾਲ ਕਰਾਂਗੇ ਤਾਂ ਉਸ ਦਾ ਉਹਨਾਂ ਵਿਸ਼ੇਸ਼ ਲਾਭ ਨਹੀਂ ਹੋਣਾ। ਸਹੀ ਹੈ ਜੀ। ਤਾਂ ਗਰਦਨ ਦੀਆਂ ਇਹ 4 ਕਿਰਿਆਵਾਂ ਆਪਾਂ ਕਰ ਸਕਦੇ ਆ। ਗਰਦਨ ਦੀਆਂ 1-2 ਹੋਰ ਕਿਰਿਆਵਾਂ ਵੀ ਜੇ ਕਰਨੀਆਂ ਹੋਣ ਤਾਂ ਆਪਾਂ ਕਰ ਸਕਦੇ ਆ। ਸਪੋਜ਼ ਸੱਜਾ ਹੱਥ ਜਿਹੜਾ ਅਸੀਂ ਉੱਪਰ ਲੈ ਗਏ ਜਾਂ ਇੱਕ ਹੱਥ ਉੱਪਰ ਲਗਾਏ ਜੀ, ਕੰਨ ਦੇ ਨਾਲ ਲਗਾਇਆ ਔਰ ਫਿਰ ਥੋੜਾ ਸਿਰ ਦੇ ਪਿੱਛੇ ਜੀ ਕੂਣੀ ਤੋਂ ਮੋੜ ਦਿੱਤਾ ਔਰ ਫਿਰ ਗੁੱਟ ਨੂੰ ਪਕੜ ਕੇ ਖਿੱਚਿਆ। ਮਤਲਬ ਉਧਰਲੀ ਬਾਜੂ ਨੂੰ ਖਿੱਚਣਾ, ਚਾਹੇ ਸੱਜੇ ਦੀ ਪਹਿਲਾਂ ਕਰ ਲਓ। ਜਿਹੜਾ ਹਾਂ ਉੱਪਰ ਨੂੰ ਹੱਥ ਲਗਾਏ ਉਹਨੂੰ ਥੱਲੇ ਜਦੋਂ ਮੋੜਿਆ ਉਸ ਦੇ ਗੁੱਟ ਨੂੰ ਫੜ ਕੇ ਥੱਲੇ ਨੂੰ ਖਿੱਚਿਆ। ਜੀ। ਜਦੋਂ ਥੱਲੇ ਵੱਲ ਨੂੰ ਖਿੱਚਿਆ ਤੇ ਕੂਣੀ ਤੇ ਮੋਢੇ ਤੇ ਖਿਚਾਵ ਆਇਆ। ਬਿਲਕੁਲ। ਫਿਰ ਨਾਲ ਹੀ ਜਿਹੜੀ ਗਰਦਨ ਮੜ ਜੀ ਝੁਕੀ ਹੋਈ ਸੀ ਉਸ ਗਰਦਨ ਨਾਲ ਧੱਕਿਆ ਪਿੱਛੇ ਨੂੰ। ਜੀ। ਗਰਦਨ ਜਿਹੜੀ ਥੋੜੀ ਜਿਹੀ ਇਦਾਂ ਝੁਕ ਗਈ ਸੀਗੀ ਉਹਨੂੰ ਇਦਾਂ ਥੋੜਾ ਜਿਹਾ ਪਿੱਛੇ ਵੱਲ ਨੂੰ ਧੱਕਿਆ, ਗੁੱਟ ਨੂੰ ਖਿੱਚਿਆ ਔਰ ਗਰਦਨ ਨਾਲ ਉਹਨੂੰ ਧੱਕਿਆ। ਇਹਦੇ ਨਾਲ ਪੂਰਾ ਗਰਦਨ ਦਾ ਜ਼ੋਰ ਲੱਗਦਾ ਹੈਗਾ। ਗਰਦਨ ਦਾ ਵੀ ਤੇ ਮੋਢੇ ਦਾ ਵੀ ਪੂਰਾ ਜ਼ੋਰ ਲੱਗਦਾ ਹੈ ਔਰ ਵਾਪਸ। ਜੀ। ਔਰ ਫਿਰ ਇਦਾਂ ਦੂਸਰਾ ਹੱਥ ਜਿਹੜਾ ਵਾ ਅਸੀਂ ਉੱਪਰ ਉਠਾਇਆ ਜੀ ਔਰ ਫਿਰ ਸਿਰ ਦੇ ਪਿੱਛੇ ਮੋੜ ਲਿਆ, ਮਾੜਾ ਜਿਹਾ ਸਿਰ ਝੁਕਾ ਕੇ ਮੋੜ ਲਿਆ, ਗੁੱਟ ਨੂੰ ਪਕੜ ਕੇ ਖਿੱਚਿਆ। ਜੀ। ਪਹਿਲਾ ਕੰਮ ਇਹ ਖਿੱਚਣ ਦੇ ਨਾਲ ਕੀ ਹੋਊਗਾ, ਕੂਣੀ ਔਰ ਮੋਢੇ ਦੋਨਾਂ ਤੇ ਖਿਚਾਵ ਆਊਗਾ। ਬਿਲਕੁਲ ਬਿਲਕੁਲ। ਫਿਰ ਜਿਹੜਾ ਸਿਰ ਦੇ ਪਿੱਛੇ ਕੂਣੀ ਸੀ, ਸਿਰ ਨਾਲ ਕੂਣੀ ਨੂੰ ਧੱਕਣਾ ਹੈਗਾ। ਬਿਲਕੁਲ। ਔਰ ਫਿਰ ਖਿੱਚਣਾ ਵੀ ਹੈਗਾ।
ਜੀ ਔਰ ਇਸ ਢੰਗ ਨਾਲ ਜਿਹੜਾ ਹੈ ਗਰਦਨ ਦਾ ਪੂਰਾ ਜ਼ੋਰ ਲੱਗਦਾ ਆ। ਸਰਵਾਈਕਲ ਦੀ ਪ੍ਰੋਬਲਮ ਵਿੱਚ ਵਿਸ਼ੇਸ਼ ਫਾਇਦਾ ਹੁੰਦਾ ਹੈਗਾ ਇਹਦੇ ਨਾਲ। ਔਰ ਇੱਕ ਵਾਰੀ ਉੱਧਰ ਇੱਕ ਵਾਰੀ ਉੱਧਰ ਕੀਤਾ। ਜੀ ਹੁਣ ਮੈਂ ਦੂਸਰੀ ਵਾਰੀ ਇਹਨੂੰ ਸਾਹ ਨਾਲ ਜੋੜ ਕੇ ਕਰਦਾ ਹੈਗਾ। ਜੀ ਠੀਕ ਹੈ, ਪਹਿਲਾਂ ਇਦਾਂ सांस भरते हुए ऊपर गए, गुट पकड़ लिया और सांस रोक लेता, सांस रोक के और फिर इदा गर्दन नाल पिछे वाल नूं कोहनी धक्की और गुट नूं थल्ले वाल नूं खिंचिया और सांस छड्डदे हुए वापस। फिर सांस भरते हुए दूसरा हाथ ऊपर लगाए और माड़ा जिहा सिर झुका के कोहनी तो मोड़िया, गुट नूं पकड़ के खिंचिया जी और खिंचण तो बाद गर्दन नूं सीधी करना हैगा ताकि कूहनी पिछे जाए और गुट नूं खिंचना हैगा। गर्दन का पूरा जोर लगूगा ਇਹਦੇ ਨਾਲ। जिन्नी देर सांस खिंच के रोकिया आ उन्नी देर करके और फिर सांस छड्डदे हुए वापस। ਇਹਨੂੰ इदां पहला स्लो करो 2 बार, 3 बारी मीडियम स्पीड ना कर लो और 5 बारी फास्ट ना कर लो। ਭਾਵ ਇਹ ਆ ਕਿ ਗਰਦਨ ਨੂੰ ਆਪਾਂ ਪਿੱਛੇ ਨੂੰ ਖਿੱਚ ਦੇਣੀ ਆ ਹੈਨਾ, ਤੇ ਉਹਦੇ ਲਈ ਪਹਿਲਾਂ अपनी बाजू ਨੂੰ ਸਿੱਧਾ ਕਰਨਾ ਕੰਦੇ ਨਾਲ, ਫਿਰ ਬਿਲਕੁਲ ਤੁਹਾਨੂੰ ਥੋੜਾ ਪਿੱਛੇ ਨੂੰ ਜਾਣਾ, माड़ा सिर झुका के मोड़ लेता ਤੇ ਦੂਸਰੀ और ਬਾਜੂ मोड़ लेता और फिर गुट नूं पकड़ के खिंच लेता ਜੀ और फिर जदों ਧੌਣ ਨੂੰ ਗੁੱਟ ਨੂੰ ਤੇ ਬਾਹਾਂ ਖਿੱਚ ਨੂੰ ਲਿਆ, ਪਿੱਛੇ ਨੂੰ ਕੀਤਾ, ਫਿਰ ਜਾਨੀ ਗਰਦਨ ਦਾ ਜ਼ੋਰ ਲਗਾਉਣ ਲਈ ਗਰਦਨ ਦਾ ਇਹਦਾ ਸਿਰ ਦਾ ਜ਼ੋਰ ਲਗਾਉਣਾ, ਸਿਰ ਨਾਲ ਕੋਣੀ ਪਿੱਛੇ ਵੱਲ ਨੂੰ ਧੱਕਣੀ ਹੈਗੀ ਜੀ ਔਰ ਫਿਰ ਗੁੱਟ ਵੀ ਖਿੱਚਣਾ ਔਰ ਧੱਕ ਕੇ ਰੱਖਣੀ ਆ। ਜੀ ਕੋਣੀ ਜਿਹੜੀ ਸਿਰ ਨੂੰ ਅੱਗੇ ਵੱਲ ਨੂੰ ਧੱਕ ਰਹੀ ਆ, ਸਿਰ ਜਿਹੜਾ ਵਾ ਕੋਣੀ ਨੂੰ ਪਿੱਛੇ ਵੱਲ ਧੱਕ ਰਿਹਾ ਵਾ ਬਿਲਕੁਲ ਔਰ ਇਸ ਢੰਗ ਨਾਲ ਜਿਹੜਾ ਸਾਰਾ ਅਸਰ ਆ ਉਹ ਗਰਦਨ ਤੇ ਹੋ ਰਿਹਾ। ਜੀ ਜੀ ਸੋ ਇਸ ਢੰਗ ਨਾਲ ਸਾਨੂੰ ਗਰਦਨ ਨੂੰ ਵਿਸ਼ੇਸ਼ ਫਾਇਦਾ ਇਹਦੇ ਨਾਲ ਹੋਊਗਾ। ਬਿਲਕੁਲ ਔਰ ਇਸੇ ਢੰਗ ਨਾਲ ਅਸੀਂ ਇੱਕ ਅੱਧੀ ਹੋਰ ਗਰਦਨ ਦੀ ਕਿਰਿਆ ਵੀ ਲੈ ਲੈਂਦੇ ਆ, ਜੀ ਕਿਉਂਕਿ ਗਰਦਨ ਦੀਆਂ ਸਾਰੀਆਂ ਇਹ ਕਿਰਿਆਵਾਂ ਜਿਹੜੀਆਂ ਵਾ ਕਰਨ ਦੇ ਨਾਲ ਜਿਨ੍ਹਾਂ ਨੂੰ ਸਪੌਂਡੇਲਾਈਟਿਸ ਦੀ ਪ੍ਰੋਬਲਮ ਆ ਉਹਨਾਂ ਨੂੰ ਵੀ ਵਿਸ਼ੇਸ਼ ਫਾਇਦਾ ਹੋਊਗਾ। ਬਸ ਸਪੌਂਡੇਲਾਈਟਿਸ ਵਾਲੇ ਵੀ ਇਸ ਗੱਲ ਦਾ ਜ਼ਰੂਰ ਹਰ ਹਾਲਤ 'ਚ ਧਿਆਨ ਰੱਖਣ ਕਿ ਠੋਡੀ ਥੱਲੇ ਵੱਲ ਨਹੀਂ ਲਿਜਾਣੀ। ਸੱਜੇ ਖੱਬੇ ਮੋੜ ਸਕਦੇ ਆ, ਸੱਜੇ ਖੱਬੇ ਝੁਕਾ ਸਕਦੇ ਆ ਔਰ ਘੁਮਾ ਵੀ ਸਕਦੇ ਆ, ਲੇਕਿਨ ਘੁਮਾਉਂਦੇ ਸਮੇਂ ਵੀ ਸੱਜੇ ਜਾਓ, ਪਿੱਛੇ ਜਾਓ, ਖੱਬੇ ਜਾਓ ਔਰ ਫਿਰ ਸਾਹਮਣੇ ਜਾਓ ਜੀ ਜਿਹਦੀ ਗਰਦਨ 'ਚ ਦਰਦ ਆ, ਜੀ ਔਰ ਥੱਲੇ ਨਹੀਂ ਜਾਓ ਜੀ ਔਰ ਸਾਹਮਣੇ ਤੋਂ ਹੀ ਖੱਬੇ ਪਾਸੇ ਜਾਓ, ਪਿੱਛੇ ਜਾਓ, ਸੱਜੇ ਜਾਓ ਔਰ ਸਾਹਮਣੇ ਜਾਓ। ਜੀ ਸੋ ਇਸ ਢੰਗ ਨਾਲ ਜਿਹਦੀ ਗਰਦਨ 'ਚ ਦਰਦ ਵਾ ਉਹ ਥੱਲੇ ਨਾ ਜਾਓ, ਸਾਹਮਣੇ ਤੋਂ ਪਾਸੇ ਨੂੰ ਚਲੇ ਜਾਓ, ਪਿੱਛੇ ਨੂੰ ਚਲੇ ਜਾਓ, ਦੂਜੇ ਪਾਸੇ ਚਲੇ ਜਾਓ ਔਰ ਇਸੇ ਢੰਗ ਨਾਲ ਬਦਲ ਕੇ ਕਰ ਲਓ। ਬਿਲਕੁਲ ਜੀ। ਸੋ ਮਤਲਬ ਸਰਵਾਈਕਲ ਦੀ ਇੱਕ ਹੋਰ ਜਿਹੜੀ ਬਹੁਤ ਅੱਛੀ ਕਿਰਿਆ ਹੋ ਸਕਦੀ ਆ ਜੀ ਕਿ ਇਦਾਂ ਹੱਥਾਂ ਦਾ ਲੋਕ ਲਗਾ ਕੇ ਜੀ ਹੱਥਾਂ ਦਾ ਲੋਕ ਲਗਾਇਆ ਔਰ ਸਿਰ ਦੇ ਪਿੱਛੇ ਰੱਖ ਲਿੱਤਾ। ਜੀ ਹੁਣ ਸਿਰ ਦੇ ਪਿੱਛੇ ਰੱਖਣ ਕੇ ਸਿਰ ਨਾਲ ਪਿੱਛੇ ਨੂੰ ਜ਼ੋਰ ਲਗਾਉਣਾ, ਹੱਥਾਂ ਨਾਲ ਅੱਗੇ ਨੂੰ ਜ਼ੋਰ ਲਗਾਉਣਾ। ਪਹਿਲਾਂ ਸਾਂਸ ਭਰੋ ਜੀ ਔਰ ਸਾਂਸ ਭਰਨ ਦੇ ਬਾਅਦ ਸਿਰ ਨਾਲ ਪਿੱਛੇ ਵੱਲ ਨੂੰ ਜ਼ੋਰ ਲਗਾਇਆ, ਹੱਥਾਂ ਨਾਲ ਅੱਗੇ ਵੱਲ ਨੂੰ ਜ਼ੋਰ ਲਗਾਇਆ ਔਰ ਫਿਰ ਫੂਕ ਮਾਰਦੇ ਹੋਏ ਨॉर्मल। फिर सांस भरो और सांस भरो। पंप वांगू काम करना जिवें कि मतलब और फिर और तेज ਭਾਵ ਇਹ ਆ ਕਿ ਤੁਸੀਂ ਧੌਣ ਤੇ ਜਿਹੜੇ ਪਿੱਛੇ ਹੱਥ ਆਪਾਂ ਹੱਥਾਂ ਨੂੰ ਲੋਕ ਲਵਾਉਣੇ, ਕਈ ਵਾਰ ਬੈਠੇ ਹੋਏ ਆਪਾਂ ਸਿੱਧਾ ਇਦਾਂ ਗਾਂ ਨੂੰ ਕਰ ਲੈਨੇ ਆ, ਪੰਜੇ ਉਂਗਲਾਂ ਫਸਾ ਕੇ ਤੇ ਉਹਨੂੰ ਪਿੱਛੇ ਧੌਣ ਤੇ ਰੱਖਣਾ। ਮਤਲਬ ਜੇ ਅਸੀਂ 10 ਵਾਰ ਇਸ ਕਿਰਿਆ ਨੂੰ ਕਰਨਾ ਆ ਜੀ ਤੇ 2 ਵਾਰੀ ਨਾਰਮਲ ਸਪੀਡ ਨਾਲ ਕਰ ਲਓ, 3 ਵਾਰੀ ਮੀਡੀਅਮ ਸਪੀਡ ਨਾਲ ਕਰ ਲਓ, ਹੌਲੀ 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 ਸਪੀਡ ਵਧਾਓ। ਹਾਂ ਹਾਂ, ਤੇ ਜੇ ਤੁਸੀਂ 10 ਵਾਰੀ ਕਰਨ ਜੋਗਾ ਟਾਈਮ ਨਹੀਂ ਹੈਗਾ ਫਿਰ 2 ਵਾਰੀ ਇੱਕ ਢੰਗ ਨਾਲ ਕਰ ਲਓ, ਥੋੜੀ ਹੌਲੀ ਕਰ ਲਓ, 3 ਵਾਰੀ ਥੋੜਾ ਜਿਹਾ ਫਾਸਟ ਕਰ ਲਓ, ਜੀ 5 ਵਾਰੀ ਕਰ ਲਓ। ਸੋ 5 ਤੋਂ ਲੈ ਕੇ 10 ਵਾਰ ਤੱਕ ਅਸੀਂ ਕਿਸੇ ਸੂਖਸ਼ਮ ਕਿਰਿਆ ਨੂੰ ਕਰ ਸਕਦੇ ਹੈਗੇ ਜੀ। ਸੋ ਇਹਦੇ ਵਿੱਚ ਗਰਦਨ ਦਾ ਬੈਕਵਰਡ ਬੈਂਡ ਵੱਲ ਨੂੰ, ਬੈਕਵਰਡ ਪਿੱਛੇ ਵੱਲ ਨੂੰ ਧੱਕਣ ਦੇ ਨਾਲ ਗਰਦਨ ਦਾ ਜ਼ੋਰ ਲੱਗਾ। ਹੁਣ ਅਸੀਂ ਗਰਦਨ ਦਾ ਅੱਗੇ ਵੱਲ ਨੂੰ ਜ਼ੋਰ ਲਗਾਉਣਾ ਹੋਵੇ ਜੀ ਤੇ ਕੀ ਕਰ ਸਕਦੇ ਹੈਗੇ ਆ? ਚਲੋ ਅਸੀਂ ਸੱਜਾ ਹੱਥ ਜਿਹੜਾ ਸਪੋਜ਼ ਜਾਂ ਕੋਈ ਵੀ ਇੱਕ ਹੱਥ ਜਿਹੜਾ ਵਾ ਉਹ ਮੋਢ ਏਦਾਂ ਮੱਥੇ ਤੇ ਰੱਖ ਲਿੱਤਾ ਜੀ, ਠੀਕ ਆ, ਸਿੱਧਾ ਹੱਥ ਸਾਹਮਣੇ ਹਾਂ ਮੱਥੇ ਤੇ ਤਲੀ ਰੱਖੀ ਹੈ। ਹਾਂ ਹਾਂ। ਦੂਸਰਾ ਹੱਥ ਅਸੀਂ ਗੋਡੇ ਤੇ ਰੱਖ ਸਕਦੇ ਹਾਂ ਜਾਂ ਕੁਰਸੀ ਦੀ ਬਾਜ਼ੂ ਤੇ ਰੱਖ ਸਕਦੇ ਹਾਂ। ਫਿਰ ਸਾਂਸ ਭਰਿਆ ਪਹਿਲਾਂ, ਬੈਠ ਕੇ ਵੀ ਕਿਰਿਆ ਕੀਤੀ ਜਾ ਸਕਦੀ, ਇਕੱਲੀ ਖੜੀ ਕਰਕੇ ਵੀ ਕੀਤੀ, ਬੈਠ ਕੇ ਵੀ ਇਹ ਹੋ ਜੂਗੀ। ਸਰ ਜੀ ਬੈਠ ਕੇ ਕਰੋ। ਮੈਂ ਮੰਨ ਲਓ ਸਪੋਜ਼ ਬੈਠਾ ਆ ਜੀ ਤੇ ਬੈਠ ਕੇ ਵੀ ਉਦਾਂ ਹੀ ਆਰਾਮ ਨਾਲ ਹੋ ਜਾਣੀ, ਚ ਕੀ ਦਿੱਕਤ ਹੈਗੀ? ਜੀ ਠੀਕ ਆ ਨਾ ਜੀ। ਅਸੀਂ ਬੈਠ ਗਏ ਔਰ ਇੱਕ ਬਾਜ਼ੂ ਅਸੀਂ ਕੁਰਸੀ ਦੀ ਬਾਜ਼ੂ ਤੇ ਰੱਖ ਲਿਆ, दूसरा बाजू मत्थे ते रख लेता जी। लंबा सांस भरिया और फिर मत्था थल्ले वाल नूं जोर लाउणा
ਤੇ ਔਰ ਹਥੇਲੀ ਦਾ ਉੱਪਰ ਵੱਲ ਨੂੰ ਜ਼ੋਰ ਲਗਾਉਣਾ। ਦੋਨਾਂ ਦਾ ਕੰਪੀਟੀਸ਼ਨ ਚੱਲ ਰਿਹਾ ਹੈ, ਦੋਨਾਂ ਦਾ ਜ਼ੋਰ ਲੱਗ ਰਿਹਾ ਆ। ਜੀ ਅਸਰ ਕਿੱਥੇ ਪੈ ਰਿਹਾ? ਗਰਦਨ ਤੇ। ਠੀਕ ਆ ਜੀ। ਸੋ ਮਤਲਬ ਦੇਖੋ, ਜਿੱਦਾਂ ਆਪਾਂ ਉਦਾਹਰਨ ਦਿੰਦੇ ਹੁੰਦੇ ਕਿ ਕਿਸੇ ਬੱਚੇ ਦੇ ਸੱਟ ਲੱਗ ਜਾਏ ਤਾਂ ਦਰਦ ਕਿਹਨੂੰ ਹੁੰਦਾ? ਮਾਂ ਬਾਪ ਨੂੰ ਹੁੰਦਾ। ਸਹੀ ਗੱਲ, ਕੋਈ ਸ਼ੱਕ ਨਹੀਂ ਇੱਥੇ। ਇਦਾਂ ਹੀ ਜਿਹੜਾ ਹੈ ਇਹ ਗਰਦਨ ਦੇ ਉੱਤੇ ਇਹਦਾ ਵਿਸ਼ੇਸ਼ ਅਸਰ ਜਿਹੜਾ ਉਹ ਪੈਂਦਾ ਹੈਗਾ ਜੀ ਕਿ ਜਾਂ ਦੋਨੋਂ ਉੱਪਰ ਨੂੰ ਜਾਂ ਥੱਲੇ ਨੂੰ ਝੁਕਾਉਣ 'ਚ ਲੱਗੇ ਹੋਏ ਆ ਹੱਥ ਔਰ ਮੱਥਾ, ਲੇਕਿਨ ਅਸਰ ਜਿਹੜਾ ਉਹਦਾ ਗਰਦਨ ਤੇ ਪਿਆ। ਜੀ ਤਾਂ ਇਹ ਗਰਦਨ ਦੀਆਂ ਸੂਖਸ਼ਮ ਯੋਗਿਕ ਕਿਰਿਆਵਾਂ ਹੋ ਗਈਆਂ। ਜੀ। ਉਸ ਤੋਂ ਬਾਅਦ ਆ ਗਈ ਵਾਰੀ ਬਾਜ਼ੂਆਂ ਦੀ। ਜੀ। ਹੁਣ ਬਾਜ਼ੂ ਨੂੰ ਆਪਾਂ 4 ਹਿੱਸਿਆਂ 'ਚ ਵੰਡਦੇ ਹਾਂ। ਬਿਲਕੁਲ। ਉਂਗਲਾਂ, ਲੱਤ ਨੂੰ ਵੀ 4 ਹਿੱਸਿਆਂ 'ਚ, ਬਾਜ਼ੂ ਨੂੰ ਗੁੱਟ, ਬਾਹ, ਕੂਣੀ ਤੋਂ ਉੱਪਰਲਾ ਭਾਗ। ਤੁਸੀਂ ਬਹੁਤ ਹੁਸ਼ਿਆਰ, ਬਹੁਤ ਨਹੀਂ ਹੁਸ਼ਿਆਰੀ, ਮੈਂ ਮੇਰਮੈਂਟ ਕਰਕੇ ਦੇਖ ਰਹੀ ਸੀ ਵੀ ਆਹ ਵਾਲਾ ਆਹ ਭਾਗ, ਆਹ ਵਾਲਾ ਤੇ ਆਹ ਭਾਗ ਆ। ਬਿਲਕੁਲ ਇੱਕ ਬਾਜ਼ੂ ਆ ਜੀ। ਉਂਗਲਾਂ ਜਿਹੜੀਆਂ ਮੁੜਨਾ ਵਾ, ਮੁੱਠ ਤੱਕ ਇੱਕ ਭਾਗ ਹੋ ਗਿਆ, ਗੁੱਟ ਦੂਜਾ ਭਾਗ ਹੋ ਗਿਆ, ਕੂਣੀ ਤੀਜਾ ਭਾਗ ਹੋ ਗਿਆ, ਔਰ ਮੋਢਾ ਜਿਹੜਾ ਵਾ ਚੌਥਾ ਭਾਗ ਹੋ ਗਿਆ। ਜੋੜ ਕਰ ਰਹੇ, ਇਹਨਾਂ ਚੌਹਾਂ ਭਾਗਾਂ ਦੀ ਅਸੀਂ ਕਿਰਿਆ ਕਰਨੀ ਜੀ। ਮਤਲਬ ਸਿਸਟਮੈਟਿਕ ਤੁਰੇ ਜਾਣਾ ਉੱਪਰ ਤੋਂ ਨੀਚੇ ਵੱਲ। ਬਿਲਕੁਲ। ਠੀਕ ਆ ਨਾ? ਤੇ ਫਿਰ ਸਰ ਜੀ ਮੋਢੇ ਤੋਂ ਆਉਣਾ, ਹੁਣ ਪਹਿਲਾਂ ਤਾਂ ਮੋਢਾ ਹੀ ਆਊਗਾ, ਫੇਰ ਕੂਣੀ ਆਊਗੀ? ਨਹੀਂ, ਉਂਗਲਾਂ ਤੋਂ ਵੀ ਸ਼ੁਰੂ ਕਰ ਸਕਦੇ ਫੇਰ ਉਹ ਹੇਠ ਮੋਢੇ ਤੋਂ ਵੀ ਕਰ ਜਾਣਾ, ਸਕਦੇ। ਉਹ ਹੇਠ ਤੋਂ ਇਹ 'ਚ ਕੋਈ ਦਿੱਕਤ ਨਹੀਂ ਜੀ। ਚਾਹੇ ਮੋਢੇ ਤੋਂ ਸ਼ੁਰੂ ਕਰਕੇ ਉਂਗਲਾਂ ਵੱਲ ਨੂੰ ਚਲ ਜਾਓ, ਚਾਹੇ ਉਂਗਲਾਂ ਤੋਂ ਸ਼ੁਰੂ ਕਰਕੇ ਮੋਢੇ ਵੱਲ ਨੂੰ ਚਲ ਜਾਓ। ਚਲੋ ਠੀਕ ਆ ਜੀ। ਠੀਕ ਆ ਨਾ? ਹਾਂਜੀ। ਤਾਂ ਚਲੋ ਆਪਾਂ ਮੋਢੇ ਤੋਂ ਸ਼ੁਰੂ ਕਰ ਦਿੰਨੇ। ਬਿਲਕੁਲ ਪੂਰਾ ਭਾਗ ਇਹ 'ਚ ਕੀ ਦਿੱਕਤ ਵਾ? ਹਾਂਜੀ। ਮਤਲਬ ਕਹਿੰਦਾ ਵੀ ਅਸੀਂ ਬਾਹਾਂ ਦੇ ਚਾਰੇ ਪਾਰਟਸ ਨੂੰ ਕਵਰ ਕਰਨਾ ਹੈ। ਬਿਲਕੁਲ ਜੀ। ਫਿਰ ਕਮਰ ਦੀ ਵਾਰੀ ਆਊਗੀ, ਫਿਰ ਲੱਤਾਂ ਦੇ 4 ਪਾਰਟਸ ਨੂੰ ਇਹ ਕਵਰ ਦੂਜੇ ਕਰਨਾ ਭਾਗ 'ਚ ਆ ਜਾਣਗੇ। ਔਰ ਜਦੋਂ ਲੱਤਾਂ ਦੇ ਉਂਗਲਾਂ ਤੱਕ, ਪੈਰਾਂ ਦੀਆਂ ਉਂਗਲਾਂ ਤੱਕ ਅਸੀਂ ਪਹੁੰਚ ਜਾਵਾਂਗੇ ਤੇ ਪੂਰਾ ਸਰੀਰ ਦੀ ਐਕਸਰਸਾਈਜ਼ ਹੋ ਜੂਗੀ। ਪੂਰਾ ਸਰੀਰ ਜਿਹੜਾ ਆ ਉਹਦੀ ਇੱਕ ਢੰਗ ਨਾਲ ਉਹਦੀ ਰਿਪੇਅਰ ਹੋ ਜੂਗੀ। ਬਿਲਕੁਲ। ਤਾਂ ਹੁਣ ਆਪਾਂ ਮੋਢੇ ਦੀ ਗੱਲ ਕਰਦੇ ਹਾਂ ਜੀ। ਮੋਢੇ ਨੂੰ ਅਸੀਂ, ਮੋਢੇ ਦੀਆਂ ਕਈ ਕਿਰਿਆਵਾਂ ਅਸੀਂ ਕਰ ਸਕਦੇ ਹਾਂ, ਕਈ ਹੋ ਸਕਦੀਆਂ ਆ। ਕਈ ਦੇ ਵਿੱਚ ਆਪਾਂ ਜਿਹੜੀਆਂ ਕਰਨੀਆਂ ਉਹ ਗਿਣ ਲਈਏ। ਹਾਂ ਚਲੋ ਆਪਾਂ ਸਪੋਜ਼ ਇੱਕ ਤਾਂ ਇਹ ਸਿੰਪਲ ਜੀ ਹੈਗੀ, ਹੱਥ ਸਾਹਮਣੇ ਮੋਢਿਆਂ ਦੇ ਬਰਾਬਰ ਜੀ ਕਰ ਲਿੱਤੇ, ਬੱਚਿਆਂ ਦੇ ਸਕੂਲ ਵਾਲੀ ਪੀਟੀ ਵਾਲਾ ਕੰਮ। ਹਾਂ ਪੀਟੀ ਵਾਂਗੂ। ਔਰ ਫਿਰ ਹੱਥ ਉੱਪਰ ਨੂੰ ਕਰ ਲਿੱਤੇ, ਪਹਿਲਾਂ ਤਲੀਆਂ ਹੇਠਾਂ ਸੀ, ਫਿਰ ਤਲੀਆਂ ਉੱਪਰ ਨੂੰ ਕਰ ਲਈਆਂ। ਫਿਰ ਕੂਣੀਆਂ ਤੋਂ ਮੋੜ ਕੇ ਤਲੀਆਂ ਜਿਹੜੀਆਂ ਆ ਉਹ ਮੋਢਿਆਂ ਦੇ ਨਾਲ ਲਾ ਲਈਆਂ, ਫਿਰ ਕੂਣੀਆਂ ਨੂੰ ਜੋੜ ਦਿੱਤਾ ਜੀ। ਇਹ ਤਿਆਰੀ ਪੋਜੀਸ਼ਨ ਹੋ ਗਈ। ਪਹਿਲਾਂ ਜੀ ਸਿੱਧੇ ਰੱਖੋ ਨੌ ਉੱਪਰਲੀ ਸਾਈਡ ਤੇ, ਤਲੀਆਂ ਹੇਠਾਂ ਸਾਈਡ ਤੇ, ਫਿਰ ਤਲੀਆਂ ਹੇਠਾਂ ਉੱਪਰ ਨੂੰ ਆ ਜਾਣਗੇ, ਨੌ ਹੇਠਾਂ ਨੂੰ, ਤੇ ਏਦਾਂ ਕਰਦੇ ਹੋਏ ਏਦਾਂ ਫਿਰ ਕੂਣੀਆਂ ਆਪਸ ਦੇ ਵਿੱਚ ਜੋੜ ਲਵੋ। ਮੈਨੂੰ ਤਾਂ ਲੱਗਦਾ ਆ ਕਿ ਆਉਣ ਵਾਲੇ ਸਮੇਂ 'ਚ ਮੈਂ ਨਾ ਵੀ ਆਵਾਂ ਕਰਾਂ। ਨਹੀਂ ਸਰ ਜੀ, ਇੱਕ ਚੀਜ਼ ਹੈ ਨਾ, ਰੇਡੀਓ ਵਾਲੇ ਮਾਧਿਅਮ ਦੇ ਵਿੱਚ ਉਹ ਸਿਰਫ ਆਪਣੀ ਸੁਣੀ ਹੋਈ ਗੱਲ ਨੂੰ ਕਵਰ ਕਰ ਸਕਦੇ ਆ, ਕਿਉਂਕਿ ਦੇਖ ਨਹੀਂ ਰਹੇ, ਸੋ ਉਸ ਨੂੰ ਦੁਹਰਾਈ ਜਿਹੜੀ ਆ ਉਹ ਜ਼ਰੂਰੀ ਆ। ਬਿਲਕੁਲ ਬਹੁਤ ਤੇ ਹੁਣ ਆਪਾਂ ਇੱਥੋਂ ਤੱਕ ਮੇਰਾ ਪਹੁੰਚੇ ਮਤਲਬ ਤੁਸੀਂ ਬਹੁਤ ਅੱਛੇ ਢੰਗ ਨਾਲ ਫੋਲੋ ਕਰ ਰਹੇ ਆ। ਜੇ ਤੁਸੀਂ ਕਰ ਰਹੇ ਆ ਤੇ ਸਰੋਤੇ ਵੀ ਜ਼ਰੂਰ ਕਰ ਰਹੇ ਹੋਣਗੇ। ਬਿਲਕੁਲ ਕੋਸ਼ਿਸ਼ ਕਰ ਰਹੇ ਆ, ਕੋਸ਼ਿਸ਼ ਜਾਰੀ ਆ। ਤਾਂ ਮਤਲਬ ਹੱਥ ਸਾਹਮਣੇ ਜੀ, ਉਹਨਾਂ ਦਾ ਫਾਸਲਾ ਮੋਢਿਆਂ ਜਿੰਨਾ ਉੱਪਰ ਨੂੰ, ਔਰ ਫਿਰ ਮੋਢਿਆਂ ਨਾਲ ਲਗਾ ਕੇ ਕੂਣੀਆਂ ਜੋੜ ਕੇ ਤਿਆਰ, ਔਰ ਫਿਰ ਸਾਂਸ ਭਰਦੇ ਹੋਏ ਹੌਲੀ ਹੌਲੀ ਘੁਮਾਉਣਾ ਇਹਨਾਂ ਨੂੰ, ਬਾਹਾਂ ਨੂੰ। ਨੱਕ ਰਾਹੀਂ ਸਾਹ ਲੈਣਾ ਤੇ ਮੂੰਹ ਥਾਣੀ ਛੱਡਣਾ ਆ। ਤੇ ਗੱਲ ਕੀ ਹੈ, ਘੁਮਾਉਣਾ ਆ ਬਾਰ-ਬਾਰ ਤੋਂ ਲੈ ਕੇ ਬਾਹਰ ਨੂੰ, ਜਿੱਦਾਂ ਆਪਾਂ ਕੁਣੀਆਂ ਘੁਮਾਉਣੀਆਂ ਬਾਹਰ ਵੱਲੋਂ ਆ ਕੇ ਫਿਰ ਅੰਦਰ ਨੂੰ ਆਉਣਾ ਆ। ਹਾਂ ਇਦਾਂ ਹੀ ਸਿੱਧੀਆਂ ਜੀ ਅੰਦਰ ਨੂੰ ਐ ਲਗਾਏ, ਔਰ ਫਿਰ ਦੂਸਰੇ ਪਾਸੇ ਵੱਲ। ਸਰ ਜੀ ਪਟਾਕੇ ਪੈ ਰਹੇ ਆ। ਉਹਦੇ ਪਟਾਕੇ ਪੈਣੇ ਜਿਹਨੇ ਕਦੇ ਕੋਈ ਕਿਰਿਆ ਕੀਤੀ ਹੋਈ ਨਹੀਂ। ਕੁਰਸੀ ਦੇ ਪੈ ਰਹੇ ਆ ਜੀ। ਅੱਛਾ ਮੈਂ ਕਿਹਾ ਸ਼ਾਇਦ ਤੁਸੀਂ ਮੋਢਿਆਂ ਦੀ ਗੱਲ ਕਰਦੇ ਹੋ। ਨਹੀਂ ਆਮ ਜਿਹੜਾ ਬੰਦਾ ਕਦੇ ਵੀ ਕੋਈ ਕਿਰਿਆ ਨਹੀਂ ਕਰਦਾ ਜੋੜਾਂ ਦੀ, ਉਹਦੇ ਪਟਾਕੇ ਪੈਣਗੇ, ਪਰ ਉਹਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਉਹ ਜੋੜ ਜਿਹੜੇ ਆ ਰੈਲੇ ਜਿਵੇਂ ਹੀ ਹੋ ਗਏ ਤਾਂ ਫਿਰ ਉਹ ਪਟਾਕੇ ਬੰਦ ਹੋ ਜਾਣਗੇ ਆਪਣੇ ਆਪ। ਬਿਲਕੁਲ 2-4 ਦਿਨ ਹੀ ਕਰਨ ਦੇ ਨਾਲ ਪਟਾਕੇ ਖਤਮ ਹੋ ਜਾਣਗੇ। ਤਾਂ ਇਹਦੇ ਵਿੱਚ ਵੀ ਮੈਂ ਫਿਰ ਸਪੈਸ਼ਲੀ ਜਿਹੜੀ ਗੱਲ ਮੈਂ ਜਿਸ ਗੱਲ ਤੇ ਸਟ੍ਰੈਸ ਦੇਣੀ ਚਾਹਣਾ ਆ, ਸਾਰੇ ਹੀ ਯੋਗ ਕਰਾਉਂਦੇ ਕਿਰਿਆ, ਪਰ ਸਾਂਸ ਨੂੰ ਇਗਨੋਰ ਕਰ ਦਿੰਦੇ ਆ ਜੀ। ਠੀਕ ਆ ਨਾ? ਮਤਲਬ ਏਦਾਂ ਕਰ ਲਓ ਜੀ, ਠੀਕ ਆ ਨਾ, ਔਰ ਫਿਰ ਏਦਾਂ ਕਰ ਲਓ ਜੀ, ਕੋਈ ਤੇਜ਼ੀ ਕਰਾ ਦਿੰਦਾ ਹੈ। ਮੈਂ ਕਿਹਾ ਮੈਂ ਜਿਹੜੀ ਇਹਦੇ ਵਿੱਚ 2 ਚੀਜ਼ਾਂ ਨੂੰ ਸਪੈਸ਼ਲੀ ਇਨਵੋਲਵ ਕੀਤਾ। ਇੱਕ ਤਾਂ ਸਲੋ ਤੋਂ ਸ਼ੁਰੂ ਕਰੋ, ਫਿਰ ਮੀਡੀਅਮ ਤੇ ਆਓ, ਫਿਰ ਫਾਸਟ ਤੇ ਆਓ। ਦੂਸਰਾ ਉਸ ਨੂੰ ਸਾਂਸ ਦੇ ਨਾਲ ਜੋੜ ਕੇ ਕਰੋ। ਬਿਲਕੁਲ ਠੀਕ ਆ ਨਾ? ਤੇ ਜਦੋਂ ਕੂਣੀਆਂ ਉੱਪਰ ਨੂੰ ਜਾਣ, ਇਹ ਸਪੋਜ਼ ਮੈਂ ਉੱਪਰ ਨੂੰ ਲਿਜਾ ਰਿਹਾ ਕੂਣੀਆਂ, ਉਦੋਂ ਸਾਹ ਭਰਨਾ। ਜਦ ਨੀਚੇ ਜਾਣ ਉਦੋਂ ਸਾਹ ਛੱਡਣਾ। ਹੁਣ ਕੂਣੀਆਂ ਗਾੜੀ ਜੁੜੀਆਂ ਹੋਈਆਂ, ਪਹਿਲਾਂ ਉੱਪਰ ਨੂੰ ਲੈ ਕੇ ਜਾਓ ਉਹਨਾਂ ਨੂੰ, ਸਾਹ ਭਰੋ ਔਰ ਛੱਡੋ ਜੀ, ਸਾਹ ਭਰੋ ਔਰ ਛੱਡੋ ਜੀ। ਜਦੋਂ ਉਲਟਾ ਕਰਨਾ ਹੈ ਉਦੋਂ ਵੀ ਉੱਪਰ ਨੂੰ ਜਾਂਦੇ ਹੋਏ ਸਾਹ ਭਰਨਾ,
ਪੂਰਾ ਮੂੰਹ ਖੋਲ ਕੇ ਹੁਣ ਨਹੀਂ ਦੇਖੋ ਮੈਂ ਕੀ ਕਰਦਾ ਆ ਕਿ ਨੱਕ ਨਾਲ ਸਾਂਸ ਭਰਦਾ ਆ, ਮੂੰਹ ਨਾਲ ਜ਼ੋਰ ਨਾਲ ਫੂਕ ਮਾਰਦਾ ਆ ਜੀ, ਮੂੰਹ ਨਾਲ ਵੀ ਫੂਕ ਮਾਰਦਾ ਆ, ਤੇ ਜਿੰਨਾ ਸਰੀਰ ਦਾ ਪ੍ਰਦੂਸ਼ਣ ਆ ਟੌਕਸਿਨਸ ਵਾ ਉਹ ਹਵਾ ਸ਼ਾਮਲ ਹੋ ਕੇ ਬਾਹਰ ਹੋ ਰਹੇ। ਸਾਡੇ ਮੋਢੇ ਰਹਿਲੇ, ਮੋਢਿਆਂ ਦੇ ਵਿੱਚੋਂ ਜੋ ਵੀ ਜੰਮਿਆ ਸੀਗਾ ਉਹ ਹਵਾ 'ਚ ਸ਼ਾਮਲ ਹੋ ਕੇ ਬਾਹਰ ਗਿਆ ਜੀ, ਔਰ ਜਿਹੜਾ ਤਾਜ਼ੀ ਹਵਾ ਭਰੀ ਉਹ ਆਕਸੀਜਨ ਖੂਨ 'ਚ ਸ਼ਾਮਲ ਹੋ ਕੇ ਉਹਨੂੰ ਤਾਕਤ ਦਿੱਤੀ। ਇਹ ਰਿਪਲਾਈ ਕਰੋ ਇੱਕ ਵਾਰੀ ਬੜਾ ਜਿਹਾ ਫੇਰ ਦੁਬਾਰਾ, ਸਰੋਤਿਆਂ ਨੇ ਪੁੱਛਿਆ ਕਿ ਇਹ ਦੁਬਾਰਾ ਰਿਪਲਾਈ ਕਰਦੇ ਹੋ ਚੀਜ਼ ਸਾਨੂੰ ਦੁਬਾਰਾ ਪਤਾ ਲੱਗ ਹਾਂ ਬਿਲਕੁਲ ਜੀ, ਦੁਬਾਰਾ ਜੀ। ਮਤਲਬ ਮੈਂ ਦੱਸਦਾ ਪਿਆ ਸੀਗਾ ਕਿ ਪਹਿਲਾਂ ਤਾਂ ਜਦੋਂ ਸਾਂਸ ਉੱਪਰ ਨੂੰ ਲਿਜਾਣਾ ਆ ਜੀ, ਉਦੋਂ ਸਾਂਸ ਭਰਿਆ, ਜੀ, ਨੀਚੇ ਲਿਜਾਂਦੇ ਹੋਏ ਛੱਡਿਆ। ਇਹਦਾ ਪਰਪਲ ਕੀ ਮੋਢੇ ਦੀ ਐਕਸਰਸਾਈਜ਼ ਕਰਨ ਦਾ, ਹਾਂ ਹਾਂ ਕਿਉਂ ਕਰਨਾ ਕਿਉਂ ਕਰਨਾ ਆ, ਉੱਪਰ ਨੂੰ ਜਾਂਦੇ ਹੋਏ ਕਿਉਂ ਭਰਨਾ? ਜੀ ਜੀ ਦੇਖੋ ਇਹਦੇ ਚ ਕੀ ਹੈਗਾ, ਆ ਸਾਡੇ ਛਾਤੀ ਦੇ ਵਿੱਚ ਲੰਗਸ ਹੈਗੇ, ਫੇਫੜੇ ਹੈਗੇ। ਜੀ ਜੀ, ਜਦੋਂ ਅਸੀਂ ਸਪੋਜ਼ ਮੈਂ ਫੇਫੜੇ ਇੱਥੋਂ ਇਹ ਉੱਪਰ ਨੂੰ ਲੱਗਿਆ, ਇੱਥੇ ਦੀ ਲੱਗਿਆ, ਖੁੱਲ ਦੇ ਤਾਂ ਨੂੰ ਉੱਪਰ ਨੂੰ ਲੱਗਿਆ, ਆ ਜਿਹੜੇ ਮੇਰੇ ਲੰਗਸ ਸੀਗੇ ਇਹ ਖਿੱਚ ਕੇ ਇਹਨੇ ਵੜ ਗਏ ਜੀ, ਔਰ ਜਿੰਨਾ ਉਹ ਸਾਂਸ ਭਰਿਆ ਸੀ ਉਹਨਾਂ ਨੇ ਲੰਗਸ ਨੂੰ ਪੂਰਾ, ਲੰਗਸ ਦੇ ਵਿੱਚ ਜਿੰਨੀ ਵੀ ਸੀਗੀ ਉਹਨਾਂ ਨੂੰ ਖੋਲ ਦਿੱਤਾ ਜੀ, ਔਰ ਜਦੋਂ ਨੀਚੇ ਆਇਆ ਤੇ ਉਹ ਲੰਗਸ ਸਿੰਗੜੇ ਜੇ ਸਾਹ ਔਰ ਸਾਂਸ ਬਾਹਰ ਕੱਢਦਾ। ਜੀ, ਕੀ ਬਾਤ। ਤਾਂ ਮਤਲਬ ਉੱਪਰ ਨੂੰ ਜਾਣ ਦੇ ਨਾਲ ਲੰਗਸ ਉੱਪਰ ਨੂੰ ਖਿੱਚੇ ਔਰ ਨੀਚੇ ਆਉਣ ਦੇ ਨਾਲ ਲੰਗਸ ਸੁਕੜੇ। ਬਿਲਕੁਲ ਫੇਫੜੇ ਮਤਲਬ ਖੁੱਲੇ ਤੇ ਫਿਰ ਹਾਂ ਲੰਗਸ ਜਾਂ ਫੇਫੜੇ ਜਿਹੜੇ ਆ ਉਹ ਉੱਪਰ ਵੱਲ ਨੂੰ ਫੈਲੇ ਔਰ ਨੀਚੇ ਆਉਣ ਦੇ ਨਾਲ ਉਹ ਸੁਕੜੇ, ਤਾਂ ਉੱਪਰ ਨੂੰ ਜਾਣ ਲੱਗਿਆ ਸਾਂਸ ਭਰਨ ਲਈ। ਫੇਫੜਿਆਂ ਦੀ ਸਫਾਈ ਵੀ ਹੈ ਤੇ ਮੋਢੇ ਵੀ ਰਲੇ ਕਰ ਦਿੱਤੇ, ਸਾਰੇ ਦੋ ਕੰਮ ਕਰ ਰਹੇ ਇੱਕ ਜੋੜ। ਬਿਲਕੁਲ, ਜਿਹੜਾ ਜਾਨੀ ਕਿ ਸਾਂਸ ਦੀਆਂ ਪ੍ਰੋਬਲਮਸ ਹੀ ਨਹੀਂ ਰਹਿਣੀਆਂ। ਆ ਹੁਣੇ ਦੇਖੋ ਝੋਨੇ ਦੀ ਚੜਾਈ ਸ਼ੁਰੂ ਹੋ ਗਈ ਹੋ ਜਾਣੀ ਹੈਨਾ, ਔਰ ਇੱਥੇ ਤਾਂ ਆਮ ਲੋਕਾਂ ਨੂੰ ਕੀ ਸ਼ਿਕਾਇਤਾਂ ਆਣੀਆਂ ਆ ਕਿ ਰੇਸ਼ਾ ਹੋ ਗਿਆ, ਜ਼ੁਕਾਮ ਹੋ ਗਿਆ, ਛਿੱਕਾਂ ਹੋ ਗਈਆਂ। ਇਹ ਪ੍ਰੋਬਲਮਸ ਜਿਹੜੀਆਂ ਹੁਣੇ ਸ਼ੁਰੂ ਹੋ ਜਾਣੀਆਂ। ਡਸਟ ਨਾਲ ਕਈਆਂ ਦੇ ਫੇਸ ਤੇ ਵੀ ਅਲਰਜੀ ਹੋਣੀ ਸ਼ੁਰੂ ਹੋ ਜਾਂਦੀ। ਤੇ ਭਾਈ ਜਦੋਂ ਅਸੀਂ ਇਹ ਸੂਖਸ਼ਮ ਕਿਰਿਆਵਾਂ ਨੂੰ ਸਾਂਸ ਨਾਲ ਜੋੜ ਕੇ ਕਰਾਂਗੇ ਤਾਂ ਕੀ ਹੋਊਗਾ, ਸਾਡੇ ਸਾਂਸ ਪ੍ਰਣਾਲੀ ਜਿਹੜੀ ਆ ਉਹ ਬਿਲਕੁਲ ਉਹਨੇ ਕਲੀਅਰ ਹੋ ਜਾਣਾ ਹੈਗਾ ਜੀ। ਉਹਦੇ ਵਿੱਚ ਕਿਤੇ ਵੀ ਕੋਈ ਡਸਟ ਨਹੀਂ ਰਹਿ ਜਾਣੀ, ਕਿਤੇ ਕੋਈ ਰੁਕਾਵਟ ਨਹੀਂ ਰਹਿ ਜਾਣੀ। ਨਾਲ ਸਾਂਸ ਦੀ ਕਿਰਿਆ ਹੋ ਰਹੀ ਆ, ਨਾਲ ਜਿਹੜੀਆਂ ਸੂਖਸ਼ਮ ਕਿਰਿਆਵਾਂ ਹੋ ਰਹੀਆਂ ਆ, ਇੱਕ ਪਾਰਟ ਦੇ ਜੋੜ ਜਿਹੜੇ ਆ ਰੈਲੇ ਔਰ ਰਿਲੈਕਸ ਹੋ ਰਹੇ ਹੈਗੇ। ਤੇ ਹੁਣ ਕੁਣੀਆਂ ਵੱਲ ਆਈਏ ਜੀ। ਹਾਂਜੀ ਬਿਲਕੁਲ ਜੀ। ਤਾਂ ਗਰਦਨ ਦੀਆਂ ਮੋਢਿਆਂ ਦੀਆਂ ਜਿਹੜੀਆਂ ਕੰਧਿਆਂ ਦੀਆਂ ਇੱਕ ਕਿਰਿਆ ਕੀਤੀ ਆ, ਕਈ ਸਾਰੀਆਂ ਕਿਰਿਆਵਾਂ ਹੋ ਸਕਦੀਆਂ ਆ, ਤੇ ਜੇ ਤਾਂ ਸਮੇਂ ਨੂੰ ਬਚਾਉਣਾ ਹੋਵੇ ਤਾਂ ਇੱਕ ਇੱਕ ਕਰਕੇ। ਚਲੋ ਠੀਕ ਆ ਜੀ, ਆਪਾਂ ਅੱਗੇ ਵੜਦੇ ਆ। ਹੁਣ ਕੂਹਣੀ ਦੀ ਗੱਲ ਆ। ਇੱਕ ਤਾਂ ਕੂਹਣੀ ਹੈਗੀ ਜਿੱਦਾਂ ਆਹ ਦੇਖੋ ਇਦਾਂ ਨਾ, ਜੀ ਜੀ, ਤਲੀਆਂ ਉੱਪਰ ਵੱਲ ਨੂੰ, ਤਲੀਆਂ ਉੱਪਰ, ਦੋਨੋਂ ਤਲੀਆਂ ਮੋਢਿਆਂ ਨਾਲ ਲਗਾਵਾਂਗੇ ਜੀ। ਆ ਕੂਹਣੀ ਦੇ ਜੋੜ ਤੇ ਇੱਥੇ ਖਿੱਚ ਪੈ ਗਈ, ਬਹੁਤ ਖਿਚਾ ਪੈਂਦਾ ਹੁੰਦਾ, ਅੰਦਰ ਦਬਾਅ ਪੈ ਗਿਆ ਜੀ, ਠੀਕ ਹੈ ਨਾ। ਔਰ ਵਾਪਸ ਮਤਲਬ ਇਹਨਾਂ ਨੂੰ ਉੱਪਰ ਹੇਠਾਂ ਕਰਨਾ ਹੈ, ਠੀਕ ਹੈ ਨਾ ਜੀ। ਇਹ ਜਿੱਦਾਂ ਆ ਸਾਂਸ ਭਰਦੇ ਹੋਏ ਇੱਥੇ ਗਏ, ਸਾਂਸ ਛੱਡਦੇ ਹੋਏ ਬਾਹਰ ਨੂੰ ਖੋਲੇ, ਬੰਦ ਕੀਤੀਆਂ ਤੇ ਖੁੱਲੀਆਂ ਬਸ। ਠੀਕ ਆ ਜੀ। ਔਰ ਇਸ ਨੂੰ ਸਲੋ, ਮੀਡੀਅਮ ਔਰ ਫਾਸਟ ਤੇ ਲਿਆਓ। ਪਹਿਲੇ ਦਿਨ ਤੇ ਬਿਲਕੁਲ ਸਾਲੇ ਸਲੋ ਹੀ ਕਰ ਲਓ, ਭਾਵੇਂ 10-12 ਵਾਰੀ। ਚਲੋ ਨਾਰਮਲ ਹੀ ਕਰ ਲਓ, ਸਲੋ ਔਰ ਮੀਡੀਅਮ ਤੇ ਰੱਖ ਲਓ ਜੀ। ਫਿਰ 2-4 ਦਿਨ ਦੇ ਬਾਅਦ ਸਲੋ, ਮੀਡੀਅਮ ਔਰ ਫਾਸਟ ਤੇ ਆ ਜਾਓ। ਠੀਕ ਆ ਨਾ। ਸਹੀ ਹੈ ਜੀ। 5 ਵਾਰੀ ਪਹਿਲਾਂ ਕਰੋ ਸਲੋ ਔਰ ਮੀਡੀਅਮ, ਔਰ ਫਿਰ 2-4 ਦਿਨ ਦੇ ਬਾਅਦ ਸਲੋ, ਮੀਡੀਅਮ ਔਰ ਫਾਸਟ ਤੇ ਆ ਜਾਓ ਜੀ। ਔਰ ਇਸ ਢੰਗ ਨਾਲ ਹੁਣ ਕੂਹਣੀ ਦੀ ਇੱਕ ਹੋਰ ਵੀ ਵਿਸ਼ੇਸ਼ ਇਦਾਂ ਹੋ ਸਕਦੀ ਆ, ਇੱਥੇ ਹੱਥ ਰੱਖਿਆ, ਇੱਕ ਬਾਜੂ ਸਿੱਧਾ, ਸਾਈਡ ਤੇ ਜਿਹੜਾ ਇੱਕ ਬਾਜੂ ਸਿੱਧਾ ਵਾ, ਦੂਸਰੇ ਬਾਜੂ ਦਾ ਹੱਥ ਜਿਹੜਾ ਵਾ ਕੂਹਣੀ ਦੇ ਸੈਂਟਰ 'ਚ ਟਿਕਾ ਲਿੱਤਾ ਜੀ। ਔਰ ਫਿਰ ਜਦੋਂ ਹੁਣ ਅਸੀਂ ਇੱਥੇ ਲਗਾਵਾਂਗੇ, ਬਹੁਤ ਜ਼ਿਆਦਾ ਖਿਚਾਅ ਪੈਣਾ, ਬਾਹਰ ਹਥੇਲੀ ਦਾ ਘੁੱਟੀ ਗਈ ਜੀ, ਇਧਰਲੇ ਬੰਨੇ ਘੁਟਾ ਗਿਆ, ਅੰਦਰ ਘੋਟ ਦੇ ਨਾਲ ਅੰਦਰ ਦਬਾਅ ਬੜਿਆ ਜੀ, ਔਰ ਬਾਹਰ ਖਿਚਾਅ ਬੜਿਆ ਜੀ। ਔਰ ਫਿਰ ਬਦਲ ਕੇ ਦੂਸਰੀ ਹੱਥ ਇੱਥੇ ਰੱਖਿਆ ਔਰ ਆ ਲਗਾਇਆ, ਫਿਰ ਇੱਥੇ ਰੱਖਿਆ, ਆ ਲਗਾਇਆ, ਫਿਰ ਇੱਥੇ ਰੱਖਿਆ, ਆ ਲਗਾਇਆ। ਠੀਕ ਹੈ ਨਾ ਜੀ ਜੀ। ਇਹ ਕੂਹਣੀ ਦੀ ਔਰ ਇਸ ਢੰਗ ਨਾਲ ਜਿਹੜਾ ਹੈ, ਮਤਲਬ ਆਪਾਂ ਵੀ ਜੋੜਾਂ ਨੂੰ ਚੱਲਦੇ ਰੱਖਣ ਲਈ ਉਹਦੇ ਲਈ ਉਹਦਾ ਹਿਲਾਪਨ ਜ਼ਰੂਰੀ ਹੈ। ਬਸ ਆਪਾਂ ਹਰੇਕ ਜੋੜ ਨੂੰ ਮੂਵਮੈਂਟ 'ਚ ਲਿਆਣਾ ਹੈ। ਗੁੱਟ ਨੂੰ ਕਿਵੇਂ ਲਿਆ ਸਕਦੇ ਆਪਾਂ? ਚਲੋ ਹੁਣ ਅੱਗੇ ਵੜਦੇ ਆ, ਅੱਗੇ ਗੁੱਟ ਤੇ ਆ ਗਏ। ਤੋ ਕੂਹਣੀ ਦੀਆਂ ਵੀ ਜਿੱਦਾਂ ਅਨੇਕ ਕਿਰਿਆਵਾਂ ਹੋ ਸਕਦੀਆਂ ਆ, ਦੁੱਧ ਰਿੜਕਣਾ ਹੋ ਸਕਦਾ ਆ, ਪਤੰਗ ਦੀ ਡੋਰ ਖਿੱਚਣੀ ਹੋ ਸਕਦੀ ਆ, ਠੀਕ ਆ ਨਾ, ਜਿੱਦਾਂ ਕਿੱਦਾਂ ਮੁੱਕੇ ਮਾਰਦੇ ਆ ਇਸ ਤਰ੍ਹਾਂ ਉਹ ਮਾਰਨੇ ਹੋ ਸਕਦੇ ਆ, ਦੁੱਧ ਰਿੜਕਣ ਵਾਲੀ ਕਿਰਿਆ ਹੋ ਸਕਦੀ ਆ। ਤਾਂ ਮਤਲਬ ਕਹਿੰਦਾ ਇਹਨਾਂ ਕੂਹਣੀਆਂ ਜਿਹਨੂੰ ਨੂੰ ਤਾਕਤ ਮਿਲੇ। ਮੋਢੇ ਔਰ ਕੂਹਣੀਆਂ ਤੋਂ ਬਾਅਦ ਗੁੱਟ ਦੀ ਵਾਰੀ ਆ ਗਈ। ਹੁਣ ਗੁੱਟ ਦੀ ਇੱਕ ਤਾਂ ਸਿੰਪਲ ਕਿਰਿਆ ਹੋ ਗਈ, ਏਦਾਂ ਸਾਹਮਣੇ ਮੁੱਠੀਆਂ ਜੋੜੋ ਜੀ, ਔਰ ਹੌਲੀ 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 ਏਦਾਂ
ਪਹਿਲਾਂ ਬਾਹਰ ਅੰਦਰ ਬਾਹਰ ਨੂੰ ਘੁਮਾਉਣੇ, ਜਿੱਦਾਂ ਕਈ ਨਿਆਣੇ ਏਦਾਂ ਕਰਦੇ ਨੇ, ਮੈਂ ਨਹੀਂ ਜਾਣਾ ਸਕੂਲੇ, ਏਦਾਂ ਕਰਦੇ ਹੁੰਦੇ ਆ। ਹਾਂਜੀ 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 ਜੀ। ਤੇ ਉਹ ਐਵੇਂ ਸਰੀਰ ਨੂੰ ਫਿਰ ਸੰਗੋੜਦੇ ਆ। ਆਪਾਂ ਗੁੱਟਾਂ ਨੂੰ ਏਦਾਂ ਸੰਗੋੜਨਾ ਵੀ ਆ ਔਰ ਪਹਿਲਾਂ ਦੋਨੋਂ ਮੁੱਠੀਆਂ ਏਦਾਂ ਜੋੜ ਲਓ, ਫਿਰ ਉਹਨਾਂ ਨੂੰ ਏਦਾਂ ਠਾਂ ਨੂੰ ਕਰਦੇ ਹੋਏ ਉੱਪਰ ਵੱਲੋਂ ਲੈ ਕੇ ਔਰ ਫਿਰ ਏਦਾਂ ਦੂਸਰੇ ਪਾਸੇ ਵੱਲ, ਦੂਸਰੇ ਪਾਸੇ ਵੱਲ। ਜੀ ਜੀ। ਪਰ ਹੁਣ ਇਹਨੂੰ ਨਾਲ ਸਾਂਸ ਨਾਲ ਜੋੜੋ। ਜੀ। ਠੀਕ ਹੈ ਨਾ। ਗੁੱਟ ਨੂੰ ਘੁਮਾਉਣਾ ਆ, ਕਿਸੇ ਹਿਸਾਬ ਨਾਲ ਵੀ ਘੁਮਾ ਲਓ, ਇੱਧਰ ਨੂੰ ਏਦਾਂ ਕਰਕੇ ਨਾਲ ਦੇ ਵਿੱਚ ਨਾਲ ਸਾਂਸ ਨਾਲ ਜੋੜ ਲਓ। ਜੀ। ਠੀਕ ਹੈ ਨਾ ਜੀ। ਤਾਂ ਉਹਦਾ ਮਤਲਬ ਇਹ ਆ ਕਿ ਸਾਂਸ ਜਦੋਂ ਭਰਾਂਗੇ ਅੰਦਰ ਤਾਜ਼ਾ ਖੂਨ ਜਾਊਗਾ, ਸਾਂਸ ਜਦੋਂ ਛੱਡਾਂਗੇ ਅੰਦਰਲੀ ਦੂਸ਼ਿਤ ਵਾਯੂ ਬਾਹਰ ਆਊਗੀ। ਜੋੜਾਂ 'ਚ ਜਿਹੜੀ ਵੀ ਜਿਹੜੀ ਵੀ ਵਾਤ ਜਮਾ ਹੋਈ ਆ, ਚਲੇ ਵਾਤਮ ਚਲੇ ਚਿੱਤਮ, ਤਾਂ ਜਿਵੇਂ ਵਾਤ ਚੱਲਦੀ ਆ ਤਿਵੇਂ ਤਿਵੇਂ ਉਹ ਵਾਯੂ ਨੇ ਉੱਥੋਂ ਦੀ ਚੀਜ਼ ਨੂੰ ਉਖਾੜ ਕੇ ਬਾਹਰ ਸੁੱਟੀ ਜਾਣਾ ਲਿਆ। ਜੀ 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 ਜੀ। ਦੇਖੋ ਆਪਾਂ ਇੰਜਨ ਚਲਾਉਣੇ ਆ ਤੇ ਉਹਦਾ ਇੱਕ ਪਾਈਪ ਲਾ ਕੇ ਉਹਦਾ ਧੂੰਆਂ ਬਾਹਰ ਕੱਢਣ ਲਈ ਲਗਾਇਆ ਹੁੰਦਾ, ਉਹ ਕਰਦਾ ਤੁਕ ਤੁਕ ਤੁਕ, ਉਹ ਅੰਦਰਲੀ ਪ੍ਰਦੂਸ਼ਿਤ ਵਾਯੂ ਬਾਹਰ ਸੁੱਟਦਾ। ਅਸੀਂ ਵੀ ਜਦੋਂ ਸਾਂਸ ਭਰਦੇ ਆ ਤਾਜ਼ੀ ਆਕਸੀਜਨ ਅੰਦਰ ਲਿਜਾਨੇ ਆ, ਔਰ ਜਦੋਂ ਸਾਂਸ ਫੂਕ ਮਾਰ ਕੇ ਸੁੱਟਦੇ ਆ ਨਾ, ਉਹ ਸਗੋਂ ਹੋਰ ਜ਼ਿਆਦਾ ਜ਼ੋਰ ਨਾਲ ਤੇਜ਼ੀ ਨਾਲ ਹਨੇਰੀ ਵਾਂਗ ਅੰਦਰਲੀ ਚੀਜ਼ ਨੂੰ ਬਾਹਰ ਲਿਆਉਂਦਾ ਆ, ਅੰਦਰਲੇ ਸਰੀਰ ਨੂੰ ਸ਼ੁੱਧਤਾ ਉਹ ਦਿੰਦਾ, ਪ੍ਰਦਾਨ ਕਰਦਾ ਚਲਾ ਜਾਂਦਾ ਹੈਗਾ। ਠੀਕ ਹੈ। ਤਾਂ ਇਸ ਢੰਗ ਨਾਲ ਗੁੱਟ ਦੀ ਕਿਰਿਆ ਇਹ ਵੀ ਹੋ ਸਕਦੀ ਆ। ਔਰ ਗੁੱਟ ਦੀ ਜਿਹੜੀ ਕਿਰਿਆ ਵਾ ਅਸੀਂ ਮਤਲਬ ਇਦਾਂ ਵੀ ਕਰ ਸਕਦੇ ਹਾਂ। ਫੜ ਲੈਣਾ ਇੱਕ ਹੱਥ ਨਾਲ ਗੁੱਟ ਨੂੰ ਮੁੱਢ ਤੋਂ ਪਕੜ ਲਿੱਤਾ ਜੀ, ਮੁੱਢ ਨੂੰ ਪਕੜ ਕੇ ਔਰ ਹੁਣ ਇਦਾਂ ਬਿਲਕੁਲ ਇਹਦੇ ਬੜੇ ਆਰਾਮ ਦੇ ਨਾਲ ਗੁੱਟ ਨੂੰ ਇੱਕ ਘੁਮਾਉਣਾ ਆ, ਰਾਉਂਡ ਗੋਲ ਗੋਲ, ਮਤਲਬ ਜਿੱਦਾਂ ਏਦਾਂ ਕਰ ਡੰਡਾ ਨਹੀਂ ਘੁਮਾਈਦਾ ਹੁੰਦਾ। ਪਹਿਲਾਂ ਸਲੋ ਜੀ, ਔਰ ਫਿਰ ਥੋੜਾ ਜਿਹਾ ਮੀਡੀਅਮ ਤੇ ਆ ਗਏ ਜੀ, ਔਰ ਫਿਰ ਥੋੜਾ ਜਿਹਾ ਫਾਸਟ ਤੇ ਆ ਗਏ ਜੀ। ਲੇਕਿਨ ਫਾਸਟ ਦੇ ਉੱਤੇ ਵੀ ਅਸੀਂ ਪੂਰਾ ਸਰਕਲ ਐ ਮਾੜਾ ਮਾੜਾ ਇਦਾਂ ਕਈ ਇਦਾਂ ਹਿਲਾਉਂਦੇ ਰਹਿੰਦੇ ਇਦਾਂ ਜੀ ਜੀ। ਉਹ ਉਹਨੂੰ ਕਈ ਦਾ ਘੁਮਾਓ, ਉਹ ਗੁੱਟ ਫੇਰ ਵੀ ਇੱਥੇ ਕਿ ਰੱਖਦੇ, ਕਿਉਂਕਿ ਜਦ ਕਿ ਗੁੱਟ ਨੂੰ ਅਸੀਂ ਇੰਨਾ ਘੁਮਾ ਸਕਦੇ ਹੈਗੇ ਜੀ। ਉਹਨਾਂ ਪੂਰੀ ਮੂਵਮੈਂਟ ਦਿਆਂਗੇ ਤੇ ਇਹਦੀ 8 ਮਣਕਿਆਂ ਨੂੰ ਅਸਰ ਹੋਊਗਾ। ਜੇ ਇੰਨਾ ਕੁ ਘੁਮਾਵਾਂਗੇ 2 ਮਣਕਿਆਂ ਨੂੰ ਅਸਰ ਹੋਇਆ, 6 ਮਣਕੇ ਰਹਿ ਗਏ, ਫਿਰ ਗੁੱਟਾਂ ਨੂੰ ਪੂਰੀ ਤਾਕਤ ਤਾਂ ਮਿਲੀ ਨਹੀਂ ਭਾਈ ਜੀ ਜੀ ਜੀ। ਇਸੇ ਢੰਗ ਨਾਲ ਦੂਸਰੇ ਗੁੱਟ ਨੂੰ ਵੀ ਅਸੀਂ ਦੇ ਸਕਦੇ ਹਾਂ। ਇਸੇ ਢੰਗ ਨਾਲ ਅਸੀਂ ਏਦਾਂ ਵੀ ਮਤਲਬ ਸਪੋਜ਼ ਬਾਹਰ ਵੱਲ ਨੂੰ ਦੋਨੋਂ ਬਾਜ਼ੂ ਫੈਲਾ ਕੇ ਔਰ ਇਸ ਢੰਗ ਨਾਲ ਵੀ ਅਸੀਂ ਜਿਹੜਾ ਹੈ ਉਹ ਹੌਲੀ ਹੌਲੀ ਜਿਹੜਾ ਹੈ ਗੁੱਟਾਂ ਨੂੰ ਘੁਮਾ ਸਕਦੇ ਹਾਂ ਜੀ। ਔਰ ਫਿਰ ਦੂਸਰੇ ਪਾਸੇ ਨੂੰ ਵੀ ਇਦਾਂ ਗੁੱਟਾਂ ਨੂੰ ਅਸੀਂ ਘੁਮਾ ਸਕਦੇ ਹੈਗੇ ਜੀ ਜੀ। ਇਦਾਂ ਬਾਹਰ ਵੱਲ ਨੂੰ ਬਾਜ਼ੂ ਖੋਲ ਕੇ ਕਰਨ ਦਾ ਵਿਸ਼ੇਸ਼ ਫਾਇਦਾ ਇਹ ਹੈਗਾ ਕਿ ਇਹਦਾ ਮੋਢਿਆਂ ਤੱਕ ਇਹਦਾ ਅਸਰ ਜਾਂਦਾ ਹੈ, ਮੋਢਿਆਂ ਨੂੰ ਵੀ ਪੂਰਾ ਬਾਜ਼ੂ ਜਿਹੜਾ ਵਾ ਉਹਦੇ ਤੇ ਇਹਦਾ ਅਸਰ ਜਾਂਦਾ ਹੈਗਾ ਜੀ ਜੀ ਜੀ। ਸੋ ਹੁਣ ਬਾਜ਼ੂ ਦੇ ਵਿੱਚ ਕੰਧੇ ਦੀ ਵਾਰੀ ਆ ਗਈ, ਕੂਹਣੀ ਦੀ ਵਾਰੀ ਆ ਗਈ, ਗੁੱਟ ਦੀ ਵਾਰੀ ਆ ਗਈ। ਤਾਂ ਹੁਣ ਇੱਕ ਪਾਰਟ ਰਹਿ ਗਿਆ। ਗੁੱਟ ਨੂੰ ਜੇ ਚਾਹੀਏ ਜੀ ਅਸੀਂ ਮਤਲਬ ਕਹਿਣ ਦਾ ਇਸ ਢੰਗ ਨਾਲ ਸਿੱਧੇ ਹੱਥ ਨੂੰ ਕਰਕੇ ਮੋੜ ਕੇ, ਔਰ ਫਿਰ ਇਸ ਢੰਗ ਨਾਲ ਜਿੱਦਾਂ ਕੰਗਾਰੂ ਦੇ ਹੱਥ ਗੜੀ ਏਦਾਂ ਮੁੜੇ ਹੁੰਦੇ, ਫਿਰ ਤਾਂ ਨੂੰ ਜਦੋਂ ਅਸੀਂ ਇਸ ਢੰਗ ਨਾਲ ਹਥੇਲੀਆਂ ਥੱਲੇ ਨੂੰ ਮੋੜਾਂਗੇ ਤੇ ਗੁੱਟ ਦੇ ਉੱਪਰ ਖਿੱਚ ਪਿਆ ਔਰ ਅੰਦਰ ਦਬਾਅ ਪਿਆ ਜੀ। ਉੱਪਰ ਇਦਾਂ ਉੱਪਰ ਨੂੰ ਜਦੋਂ ਕਰਾਂਗੇ ਫਿਰ ਨਿਚਲੇ ਪਾਸੇ ਖਿਚਾਵ ਪਿਆ ਔਰ ਉੱਪਰਲੇ ਪਾਸੇ ਦਬਾਅ ਪਿਆ। ਫਿਰ ਸਾਂਸ ਨਾਲ ਜੋੜ ਕੇ ਕਰਾਂਗੇ। ਮਤਲਬ ਭਾਵ ਇਹ ਆ ਕਿ ਸਿੱਧੇ ਬਾਹਾਂ ਕਰਨੀਆਂ, ਗੁੱਟ ਠਾਂ ਨੂੰ ਮੋੜ ਲੈਣੇ ਆ, ਹਨਾ। ਫਿਰ ਉਹਨਾਂ ਨੂੰ ਉੱਪਰ ਨੂੰ ਕਰਨਾ ਆ, ਥੋੜਾ ਮਤਲਬ ਨਾਲ ਜੋੜੋ, ਬਾਜ਼ੂ ਨੂੰ ਸਿੱਧਾ ਰੱਖਣ ਦੀ ਕੋਸ਼ਿਸ਼। ਹਾਂ, ਬਾਜ਼ੂ ਸਿੱਧਾ ਰੱਖਣ ਦੀ, ਸਿਰਫ ਗੁੱਟ ਦੇ ਫਿਰ ਉਹਦਾ ਅਸਰ ਹੋਊਗਾ, ਸਿਰਫ ਗੁੱਟ ਦੇ ਉੱਤੇ, ਗੁੱਟ ਦੇ 8 ਮਣਕਿਆਂ ਦੇ ਉੱਤੇ ਇਹਦਾ ਅਸਰ ਹੋਊਗਾ ਬਿਲਕੁਲ। ਬਹੁਤ ਸੋ ਇਸ ਢੰਗ ਨਾਲ ਜਦੋਂ ਸਾਂਸ ਨਾਲ ਜੋੜ ਕੇ, ਦੇਖੋ ਮੈਂ ਸਾਰੇ ਸਰੋਤਿਆਂ ਲਈ ਵੀ ਇਹ ਗੱਲ ਕਹਿਣੀ ਚਾਹੁੰਦਾ ਕਿ ਜਦੋਂ ਸਾਂਸ ਨਾਲ ਜੋੜ ਕੇ ਕਰੋਗੇ ਤਾਂ 2 ਗੁਣਾ ਫਾਇਦਾ ਹੋ ਜਾਊਗਾ ਬਿਲਕੁਲ। ਤੁਹਾਡਾ ਧਿਆਨ ਦੋਨਾਂ ਚੀਜ਼ਾਂ ਵੱਲ ਹੋਊਗਾ, ਵੀ ਉਹਨੂੰ ਗੁੱਟ ਨੂੰ ਮਰੋੜਨਾ ਵੀ, ਸਾਹ ਨੂੰ ਭਰਨਾ ਵੀ, ਦੋ ਮਤਲਬ ਮੈਮਰੀ ਵੀ ਤੁਹਾਡੀ ਫਾਸਟ ਹੋਊਗੀ ਬਿਲਕੁਲ ਬਿਲਕੁਲ। ਤੇ ਇਹ ਸੀ ਅੱਜ ਦਾ ਪ੍ਰੋਗਰਾਮ। ਸਮਾਂ ਲਗਭਗ ਸਰ 10 ਮਿੰਟ ਜਿਹੜੇ ਪਹਿਲਾਂ ਨਹੀਂ ਆਏ ਸੀ, ਫਿਰ ਉਹ ਥੋੜਾ ਵਾਧਾ ਘਟਾ ਕਰ ਲਿਆ ਸੀ। ਤੇ ਆਪਾਂ ਉਂਗਲਾਂ ਤੇ ਕਮਰ ਦੀਆਂ 2 ਕਿਰਿਆਵਾਂ ਤਾਂ ਕਰ ਲਈਏ, ਫਿਰ ਬਾਕੀ ਚਲੋ ਲੱਤਾਂ ਵਾਲੀ ਗੱਲ ਨੂੰ ਅਗਲੀ ਵਾਰੀ ਕਰ ਲਾਂਗੇ। ਚਲੋ ਠੀਕ ਹੈ ਜੀ, ਕਰੋ ਜੀ ਸ਼ੁਰੂ। ਜੇ ਉਂਗਲਾਂ ਦੀ ਜੀ, ਤੇ ਉਂਗਲਾਂ ਦੀ ਦੇਖੋ ਇਸ ਢੰਗ ਨਾਲ, ਜਦੋਂ ਸਪੋਜ਼
ਇੱਕ ਵਾਰੀ ਅੰਗੂਠਾ ਬਾਹਰ ਰੱਖ ਕੇ ਕਸ ਕੇ ਮੁੱਠੀ ਬੰਦ ਕੀਤੀ, ਜਦੋਂ ਕੋਈ ਚੀਜ਼ ਫੜ ਕੇ ਆਪਾਂ ਉਹਨੂੰ ਗੱਲੇ ਕਸ ਕੇ ਕਰਨ ਨਾਲ ਪੀਲੀਆਂ ਪੈ ਗਈਆਂ ਉਂਗਲਾਂ। ਆ ਜਿੱਥੇ ਜਿੱਥੇ ਜੋੜ ਸੀਗਾ ਨਾ ਉਂਗਲੀ ਦਾ ਉਹ ਪੀਲਾ ਪੈ ਗਿਆ, ਉੱਥੇ ਖੂਨ ਦਾ ਸੰਚਾਰ ਰੁਕ ਗਿਆ। ਸਰ ਜੀ ਇਹਦੇ ਨਾਲ ਹੋਰ ਜਿਹੜੀ ਆ ਬਾਹ ਵਾਲੀ ਇਹ ਨਾੜੀਆਂ ਇਹਨਾਂ ਨੂੰ ਵੀ ਖਿਚਾ ਪੈ ਰਿਹਾ। ਤੇ ਹੁਣ ਉਂਗਲਾਂ ਨੂੰ ਖੋਲ ਕੇ ਅਕੜਾਣਾ ਹੈਗਾ। ਪਹਿਲਾਂ ਮੁੱਠੀਆਂ ਨੂੰ ਬਿਲਕੁਲ ਘੁੱਟ ਕੇ ਬੰਦ ਕਰਨਾ, ਫਿਰ ਉਹਨਾਂ ਨੂੰ ਅਕੜਾਣਾ, ਬਾਹਰ ਨੂੰ ਖੋਲਣਾ। ਪੂਰਾ ਖੋਲੋ ਜਿੰਨੀਆਂ ਖੋਲ ਸਕਦੇ ਉਂਗਲਾਂ ਜੀ, ਔਰ ਫਿਰ ਬੰਦ ਕਰੋ ਖੋਲੋ, ਬੰਦ ਕਰੋ ਖੋਲੋ ਜੀ। ਸਹੀ ਹੈ ਜੀ। ਸਵਾਸ ਨੂੰ ਅੰਦਰ ਲੈ ਕੇ ਜਾਣਾ ਤੇ ਸਾਸ ਨੂੰ ਬਾਹਰ ਛੱਡਣਾ। ਹੱਥਾਂ ਨੂੰ ਜਦੋਂ ਪੱਠਾ ਨੂੰ ਮੁੱਠੀ ਬੰਦ ਕਰਨੀ ਆ ਉਦੋਂ ਸਾਸ ਭਰਨੀ ਆ, ਜਦੋਂ ਖੋਲਣੀ ਉਦੋਂ ਛੱਡ ਦੇਣੀ ਆ। ਚਲੋ ਇਹਦੇ ਵਿੱਚ ਵੀ ਕੋਈ ਬਹੁਤੀ ਗੱਲ ਨਹੀਂ ਹੈਗੀ। ਮੰਨ ਲਓ ਕਿ ਚਾਹੇ ਖੋਲਦੇ ਸਮੇਂ ਸਾਂਸ ਭਰ ਲਓ ਤੇ ਬੰਦ ਕਰਦੇ ਸਮੇਂ ਛੱਡ ਲਓ, ਚਾਹੇ ਇਸ ਤੋਂ ਉਲਟ ਸਾਂਸ ਦੀ ਕਿਰਿਆ ਕਰ ਲਓ, ਇਹਨਾਂ ਕੋਈ ਜ਼ਿਆਦਾ ਫਰਕ ਨਹੀਂ। ਮਤਲਬ ਤਾਂ ਹੈਗਾ ਸਾਂਸ ਅੰਦਰ ਔਰ ਜਾਣ ਨਾਲ, ਅੰਦਰ ਔਰ ਬਾਹਰ ਜਾਣ ਨਾਲ ਹੈਗਾ। ਇੱਥੇ ਜਿੱਥੇ ਲੰਗਸ ਦੀ ਗੱਲ ਸੀ, ਜਿੱਥੇ ਅਪਰ ਪਾਰਟ ਦੀ ਗੱਲ ਸੀ, ਉਦੋਂ ਆਪਾਂ ਵਿਸ਼ੇਸ਼ ਧਿਆਨ ਰੱਖਿਆ ਕਿ ਉੱਪਰ ਨੂੰ ਜਾਂਦੇ ਸਮੇਂ ਸਾਂਸ ਭਰਨਾ, ਨੀਚੇ ਨੂੰ ਜਾਂਦੇ ਸਮੇਂ ਸਾਂਸ ਛੱਡਣਾ, ਠੀਕ ਆ ਨਾ। ਤੇ ਇੱਥੇ ਜਿਹੜਾ ਹੈਗਾ ਵਾ ਉਂਗਲਾਂ ਨੂੰ ਅਸੀਂ ਖੋਲਿਆ ਮਿਲਿਆ, ਇਹਦੇ ਨਾਲ ਕਿਸੇ ਵੀ ਢੰਗ ਨਾਲ ਸਾਂਸ ਨਾ ਕਰ ਲਓ, ਕੋਈ ਫਰਕ ਨਹੀਂ ਪੈਂਦਾ। ਹੁਣ ਮੈਂ ਇਸੇ ਢੰਗ ਨਾਲ ਇਹਨਾਂ ਉਂਗਲਾਂ ਦੀ ਦੁਬਾਰਾ ਇੱਕਰੀ ਕਰਦਾ, ਹੱਥ ਜੋੜੇ, ਠੀਕ ਆ। ਹੱਥ ਜੋੜ ਕੇ ਫਿਰ ਵਿਚਕਾਰਲੀਆਂ 3 ਉਂਗਲਾਂ ਖੋਲੀਆਂ, ਵੱਡਾ ਗੋਭੀ ਦਾ ਫੁੱਲ ਬਣਾ ਲਿਆ ਕਿੰਨਾ ਅਸੀਂ ਵੱਧ ਔਰ ਅਕੜਾਈਆਂ ਉਂਗਲਾਂ ਜੀ। ਚੀਚੀ ਤੇ ਅੰਗੂਠੇ ਜੋੜ ਕੇ ਰੱਖਣੇ ਆ ਤੇ ਉਧਰੋਂ ਥੱਲੇ ਲਾ ਪਾੜ ਜੋੜ ਕੇ ਰੱਖਣਾ ਆ। ਚੀਚੀ ਔਰ ਅੰਗੂਠੇ ਜੋੜ ਕੇ ਰੱਖੇ, ਬਾਕੀ 3 ਉਂਗਲਾਂ ਖੋਲ ਦਿੱਤੀਆਂ, ਉਹਨਾਂ ਨੂੰ ਖਿਲਾਰ ਦੇਣਾ, ਵੱਡਾ ਬੁੱਕ ਬਣਾਉਣਾ ਹੈ ਜੀ, ਵਿੱਚ ਅਸੀਂ ਵੱਡਾ ਫੁੱਲਾਂ ਦਾ ਤੁਸੀਂ ਗੁਲਦਸਤਾ ਬਣਾਇਆ। ਔਰ ਫਿਰ ਜੋੜੀਆਂ, ਫਿਰ ਮਰੋੜੀਆਂ, ਔਰ ਫਿਰ ਕਸ ਕੇ ਦਵਾਈਆਂ, ਖੋਲੀਆਂ ਔਰ ਅਕੜਾਈਆਂ। ਜਦੋਂ ਕਸ ਕੇ ਮਰੋੜੀਆਂ ਦਾ ਭਾਵ ਆ ਕਿ ਤੁਸੀਂ ਮੁੱਠੀਆਂ ਬਿਲਕੁਲ ਇੱਕ ਦੂਸਰੇ ਦੇ ਨਾਲ ਲਾ ਦੇਣੀਆਂ, ਤੇ ਫਿਰ ਚੀਚੀ ਨੂੰ ਤੇ ਅੰਗੂਠੇ ਨੂੰ ਆਪਸ ਵਿੱਚ ਮਤਲਬ ਫਿਰ ਜੋੜੀਆਂ ਮਰੋੜੀਆਂ ਔਰ ਕਸ ਕੇ ਦਵਾਈਆਂ, ਔਰ ਖੋਲੀਆਂ ਔਰ ਅਕੜਾਈਆਂ, ਔਰ ਜੋੜੀਆਂ ਮਰੋੜੀਆਂ ਔਰ ਕਸ ਕੇ ਦਵਾਈਆਂ, ਔਰ ਫਿਰ ਥੋੜਾ ਜਿਹਾ ਮੱਧਮ ਗਤੀ ਤੇ ਆ ਗਏ, ਔਰ ਫਿਰ ਫਾਸਟ, ਜਿੱਦਾਂ ਹਾਰਟ ਪੰਪ ਕਰਦਾ ਹੁੰਦਾ ਇਸ ਹਿਸਾਬ ਨਾਲ ਉਹ ਚੀਜ਼ ਐਕਟੀਵਿਟੀ ਹੋਣੀ ਉਹਦੀ। ਔਰ ਇਹਦੇ ਨਾਲ ਦੀ ਨਾਲ ਸਾਡੇ ਲੰਗਸ ਜਿਹੜੇ ਇੱਕ ਤਰ੍ਹਾਂ ਦਾ ਬਸਤਰਿਕਾ ਪ੍ਰਾਣਾਯਾਮ ਵੀ ਨਾਲ ਦੇ ਨਾਲ ਹੋ ਰਿਹਾ ਵਾ ਜੀ। ਔਰ ਉਹਦੇ ਵਿਸ਼ੇਸ਼ ਫਾਇਦੇ ਹੋਣੇ ਹੈਗੇ ਜੀ। ਤਾਂ ਮਤਲਬ ਤੁਹਾਡੇ ਸਾਰੇ ਜੋੜ ਜਿਹੜੇ ਲਚਕੀਲੇ, ਹੁਣ ਦੇਖੋ ਪੂਰੀ ਬਾਂਹ ਇਹਦੀ ਓਵਰਹਾਲਿੰਗ ਹੋ ਗਈ ਜੀ, ਮੋਢਾ, ਕੋਹਣੀ, ਗੁੱਟ, ਉਂਗਲਾਂ, ਇਸ ਦੇ ਕਿਸੇ ਪਾਰਟ 'ਚ ਕੋਈ ਪ੍ਰੋਬਲਮ ਨਹੀਂ ਰਹੂਗੀ। ਮੰਨ ਲਓ ਜੇ ਹੈਗੀ ਆ 2-4 ਦਿਨ 'ਚ ਘਟਣੀ ਸ਼ੁਰੂ ਹੋ ਜੂ, ਫਿਰ ਜਮਾਂ ਹੀ ਦੂਰ ਹੋ ਜੂਗੀ। ਜੀ। ਤਾਂ ਮਤਲਬ ਜਿਹਦੇ ਹੈ ਹੀ ਨਹੀਂ ਪ੍ਰੋਬਲਮ, ਉਹ ਕਹਿੰਦਾ ਲੈ ਮੇਰੇ ਤੇ ਹੈ ਹੀ ਨਹੀਂ, ਮੈਂ ਕਿਉਂ ਕਰਾਂ। ਉਹ ਭੁੱਲਿਆ ਜੇ ਨਹੀਂ ਹੈਗੀ ਤੇ ਫਿਰ ਹੋਣ ਲੱਗ ਪਊਗੀ। ਹੋਰ ਸਾਲ 2 ਸਾਲ ਅਟਕ ਜਾ ਤੇ ਤੇਰੇ ਮੋਢੇ ਦਰਦ ਕਰਨ ਲੱਗ ਪੈਣਗੇ, ਗੁੱਟ ਦਰਦ ਕਰਨ ਲੱਗ ਪੈਣਗੇ। ਦਰਦ ਅੱਜ ਕੱਲ ਕਰਦੇ ਆ ਨਾ, ਬਿਲਕੁਲ। ਇਸ ਕਰਕੇ ਉਹ ਨੌਬਤ ਹੀ ਪੈਦਾ ਨਾ ਹੋਵੇ। ਜਿਹੜਾ ਤੰਦਰੁਸਤ ਬੰਦਾ ਉਹ ਇਸ ਲਈ ਕਰੇ ਕਿ ਉਹਨੂੰ ਮੁੜ ਕੇ ਉਹਦੀ ਪ੍ਰੋਬਲਮ ਨਾ ਆਵੇ, ਔਰ ਜਿਹੜਾ ਪ੍ਰੋਬਲਮ ਵਾਲਾ ਬੰਦਾ ਉਹ ਇਸ ਲਈ ਕਰੇ ਕਿ ਪ੍ਰੋਬਲਮ ਘਟਣੀ ਔਰ ਹਟਣੀ ਸ਼ੁਰੂ ਹੋ ਜਾਵੇ। ਜੀ। ਮਤਲਬ ਗੱਲ ਦੋਨਾਂ ਤੇ ਲਾਗੂ ਹੁੰਦੀ ਹੈ, ਪ੍ਰੋਬਲਮ ਵਾਲੇ ਬੰਦੇ ਤੇ ਵੀ ਔਰ ਨੌਨ ਪ੍ਰੋਬਲਮ ਵਾਲੇ ਬੰਦੇ ਤੇ ਵੀ। ਇਹ ਸੂਖਸ਼ਮ ਕਿਰਿਆਵਾਂ ਦਾ ਦੋਹਾਂ ਨੂੰ ਫਾਇਦਾ ਹੈਗਾ। ਚਾਹੇ ਬੱਚਾ ਆ ਚਾਹੇ ਏਜਡ ਵਾ, ਬੱਚੇ ਦੀਆਂ ਹੱਡੀਆਂ ਮਜ਼ਬੂਤ ਹੋਣਗੀਆਂ ਔਰ ਸਿਆਣੇ ਦੇ ਜੋੜਾਂ ਦੇ ਦਰਦ ਦੂਰ ਹੋਣਗੇ। ਆਰਥਰਾਈਟਿਸ ਜਿਹੜਾ ਹੈ, ਗਠੀਆ ਦੀਆਂ ਗੰਢਾਂ ਖੁੱਲਣਗੀਆਂ ਭਾਈ, ਠੀਕ ਆ ਨਾ। ਤਾਂ ਜੋੜ ਜਿਹੜੇ ਅਕੜਾਹਟ ਜੋੜਾਂ 'ਚ ਖੂਨ ਜੰਮਿਆ ਹੋਇਆ ਵਾ ਉਹ ਢਲਣਾ ਘਟਣਾ ਸ਼ੁਰੂ ਹੋ ਜਾਊਗਾ। ਖਾਸ ਤੌਰ ਤੇ ਸਾਂਸ ਨਾਲ ਜੋੜ ਕੇ ਕਰਾਂਗੇ ਤਾਂ ਵਿਸ਼ੇਸ਼ ਫਾਇਦੇ ਹੋਣੇ ਸ਼ੁਰੂ ਹੋ ਜੂਗੇ। ਬਿਲਕੁਲ। ਤਾਂ ਦੂਸਰੀਆਂ ਕਿਰਿਆਵਾਂ ਦੀ ਮੈਂ ਸਿਰਫ ਥੋੜੀ ਜਿਹੀ ਗੱਲ ਹੀ ਕਰ ਲੈਣਾ ਆ। ਇੱਕ ਤਾਂ ਅਸੀਂ ਚੱਕੀ ਚਾਲਨ ਕਰ ਸਕਦੇ ਹਾਂ ਕਮਰ ਵਾਸਤੇ। ਹੁਣ ਗਰਦਨ ਹੋ ਗਿਆ, ਜਵਾੜਾ ਤੋਂ ਸ਼ੁਰੂ ਕਰਕੇ ਗਰਦਨ ਹੋ ਗਈ ਔਰ ਬਾਜ਼ੂਆਂ ਦੇ ਚਾਰੇ ਪਾਰਟਸ ਹੋ ਗਏ। ਉਸ ਤੋਂ ਬਾਅਦ ਸਰੀਰ ਆ ਜਾਂਦਾ ਹੈਗਾ। ਸਰੀਰ ਦੇ ਵਿੱਚ ਵੀ ਜਿਹੜਾ ਹੈਗਾ ਉਹ ਕਮਰ, ਰੀੜ੍ਹ ਦੀ ਹੱਡੀ ਦੇ 26 ਮਣਕੇ ਆ, ਤਾਂ ਉਹਦੇ ਵਿੱਚ ਉਹਨੂੰ ਰੈਲਾ ਕਰਨ ਵਾਸਤੇ ਅਸੀਂ ਚੱਕੀ ਚਲਾਉਣ ਦੀ ਕਿਰਿਆ ਕਰ ਸਕਦੇ ਹੈਗੇ। ਔਰ ਚਲੋ ਜੇ ਖੜੇ ਅਸੀਂ ਕਰ ਰਹੇ ਹਾਂ ਤਾਂ ਖੜੇ ਕਿ ਚੱਕੀ ਚਾਲਨ ਨਹੀਂ ਹੋਣਾ, ਤਾਂ ਫਿਰ ਅਸੀਂ ਮਤਲਬ ਕਮਰ ਦੀਆਂ ਕਿਰਿਆਵਾਂ ਉਸ ਢੰਗ ਨਾਲ ਹੀ ਖੜੇ ਕਰ ਸਕਦੇ ਹੈਗੇ ਆ। ਇੱਕ ਹੱਥ ਜਿਹੜਾ ਵਾ ਅਸੀਂ ਉੱਪਰ ਉਠਾਇਆ, ਕੰਨ ਦੇ ਨਾਲ ਲਗਾਇਆ ਔਰ ਸਿਰ ਦੇ ਉੱਤੋਂ ਦੀ ਦੂਸਰੇ ਕੰਨ ਦੇ ਨਾਲ, ਪਹਿਲਾਂ ਬਾਜ਼ੂ ਕੰਨ ਦੇ ਨਾਲ ਲਗਾਇਆ ਔਰ ਫਿਰ ਬਾਜ਼ੂ ਮੋੜ ਕੇ
ਉਹ ਹਥੇਲੀ ਦੂਸਰੇ ਕੰਨ ਦੇ ਨਾਲ ਲਗਾਈ, ਔਰ ਦੂਸਰਾ ਹੱਥ ਜਿਹੜਾ ਸੀਗਾ, ਜਿਹੜਾ ਸਾਡਾ ਕਮਰ ਦੇ ਨਾਲ ਟੱਚ ਕਰ ਰਿਹਾ ਸੀ ਪੱਟ ਦੇ ਨਾਲ, ਉਸ ਹੱਥ ਨੂੰ ਨੀਚੇ ਵੱਲ ਨੂੰ ਖਿਸਕਾਉਣ ਦੀ ਕੋਸ਼ਿਸ਼ ਕੀਤੀ, ਔਰ ਨੀਚੇ ਵੱਲ ਨੂੰ ਖਿਸਕਾਇਆ, ਔਰ ਇਸ ਢੰਗ ਨਾਲ ਕੂਹਣੀ ਤੋਂ ਲੈ ਕੇ ਬੱਖੀ ਦੇ ਉੱਤੇ ਪੂਰਾ ਖਿਚਾਵ ਆ ਗਿਆ। ਫਿਰ ਅਸੀਂ ਵਾਪਸ ਆ ਗਏ। ਹੁਣ ਇਹਦੇ ਵਿੱਚ ਸਾਂਸ ਦਾ ਵਿਸ਼ੇਸ਼ ਖਿਆਲ ਰੱਖਣਾ ਹੈਗਾ, ਔਰ ਹੱਥ ਬਦਲਿਆ। ਪਹਿਲਾਂ ਸਾਂਸ ਭਰਦੇ ਹੋਏ ਹੱਥ ਉੱਪਰ ਖਿੱਚਿਆ, ਬਾਜ਼ੂ ਕੰਨ ਦੇ ਨਾਲ ਲਗਾ ਲਿਆ, ਫਿਰ ਬਾਜ਼ੂ ਨੂੰ ਮੋੜ ਕੇ ਦੂਸਰੇ ਕੰਨ ਨਾਲ ਹੱਥ ਲਗਾ ਲਿੱਤਾ, ਠੀਕ ਆ। ਔਰ ਫਿਰ ਜਿਹੜੀ ਪੱਟ ਦੇ ਨਾਲ ਬਾਜ਼ੂ ਲੱਗਾ ਸੀ, ਉਸ ਹੱਥ ਨੂੰ ਨੀਚੇ ਵੱਲ ਨੂੰ ਖਿੱਚਣ ਦੀ ਕੋਸ਼ਿਸ਼ ਕਰਦੇ ਗਏ, ਔਰ ਇਸ ਢੰਗ ਨਾਲ ਕੀ ਹੋਇਆ, ਜਿੱਧਰ ਕੂਹਣੀ ਜਿਵੇਂ ਜਿਵੇਂ ਉੱਪਰ ਨੂੰ ਗਈ, ਉੱਦਾਂ ਹੀ ਕੂਹਣੀ ਤੋਂ ਲੈ ਕੇ ਨਿਚਲੇ ਪਾਸੇ ਤੱਕ ਇਹ ਖਿਚਾਅ ਹੋਇਆ ਜੀ। ਲੇਕਿਨ ਜਿਹੜੀ ਰੀੜ ਦੀ ਹੱਡੀ ਆ, ਉਸ ਦੇ ਮਣਕੇ ਵੀ ਜਿਹੜੇ ਆ, ਜਿਹੜੀ ਟੇਢੇ ਖੁੱਲੜੇ ਆ, ਜੇ ਸਪੋਜ਼ ਸਿੱਧੇ ਸੀਗੇ ਤਾਂ ਉਹ ਸਿੱਧੇ ਦੀ ਬਜਾਏ ਥੋੜਾ ਥੋੜਾ ਇਸ ਤਰ੍ਹਾਂ ਟੇਢੇ, ਮਤਲਬ ਸਿੱਧੇ ਤੋਂ ਬਾਅਦ ਉਹ ਟੇਢੇ ਹੋਣੇ ਸ਼ੁਰੂ ਹੋ ਗਏ ਜੀ ਜੀ, ਇਸ ਢੰਗ ਨਾਲ, ਠੀਕ ਹੈ ਨਾ ਜੀ। ਔਰ ਏਦਾਂ ਹੀ ਦੂਸਰੇ ਪਾਸੇ ਜੀ। ਤਾਂ ਮਤਲਬ ਕਹਿਣ ਦਾ ਕਿ ਇਸ ਢੰਗ ਨਾਲ ਰੀੜ ਦੀ ਹੱਡੀ ਦੀ ਇੱਕ ਕਿਰਿਆ ਹੋ ਗਈ ਇੱਕ ਸਾਈਡ ਨੂੰ ਝੁਕਣ ਦੀ ਜੀ। ਏਦਾਂ ਹੀ ਟਵਿਸਟਿੰਗ ਦੀ, ਇੱਕ ਹੱਥ ਮੋਢੇ ਤੇ ਰੱਖ ਲਿਆ, ਠੀਕ ਆ ਜੀ, ਆਪੋਜ਼ਿਟ ਮੋਢੇ ਤੇ ਰੱਖ ਲਿਆ, ਸੱਜਾ ਹੱਥ ਮੰਨ ਲਓ ਮੈਂ ਰੱਖਿਆ ਵਾ ਖੱਬੇ ਮੋਢੇ ਤੇ, ਸੱਜੇ ਦਾ ਕਰ ਲਓ ਚਾਹੇ ਖੱਬੇ ਦਾ, ਜਿਹੜਾ ਮਰਜ਼ੀ। ਇੱਕ ਹੱਥ ਨੂੰ ਦੂਸਰੇ ਮੋਢੇ ਤੇ ਰੱਖ ਲੈਣਾ ਜੀ, ਔਰ ਦੂਸਰੇ ਹੱਥ ਨੂੰ ਪਿੱਛੇ ਪਿੱਠ ਦੇ ਪਿੱਛੇ ਰੱਖ ਲੈਣਾ, ਔਰ ਜਿਹੜੀ ਮੁੱਠੀ ਆ ਉਹ ਪਿੱਛੇ ਇਦਾਂ ਫਿਕਸ ਕਰ ਲੈਣੀ ਹੈਗੀ, ਜਿੱਦਾਂ ਮੁੱਠੀ ਨਾਲ ਪਿੱਠ ਨੂੰ ਠੋਕੀਏ ਥੋੜਾ ਜਿਹਾ, ਉੱਥੇ ਮੁੱਠੀ ਦਾ ਦਬਾਅ ਹੋਣਾ ਚਾਹੀਦਾ ਜੀ ਜੀ। ਤੇ ਮੁੱਠੀ ਤੇ ਦਬਾਅ ਦਿੰਦੇ ਹੋਏ ਅਸੀਂ ਟਵਿਸਟ ਕਰਨਾ ਹੈਗਾ ਜੀ। ਇਹ ਜਿੱਥੇ ਮੈਂ ਮੁੱਠੀ ਦਾ ਦਬਾਅ ਦੇ ਰਿਹਾ, ਇੱਥੇ ਸਾਡਾ ਕਿਡਨੀ ਹੈਗਾ, ਗੁਰਦਾ ਹੈਗਾ, ਤਾਂ ਜਦੋਂ ਅਸੀਂ ਮਰੋੜਾਂਗੇ ਇੱਥੇ ਮੁੱਠੀ ਦਾ ਦਬਾਅ ਹੋਊਗਾ, ਗੁਰਦੇ ਨੂੰ ਵੀ ਇਹਦੇ ਨਾਲ ਲਾਭ ਪੁੱਜੂਗਾ। ਜੀ, ਮਰੋੜਨਾ ਕਿਵੇਂ ਸਰ ਜੀ? ਜਿਵੇਂ ਹਾਂ, ਮੈਂ ਮਰੋੜਨ ਦਾ ਦੱਸਣ ਲੱਗਾ ਆ। ਪਹਿਲਾਂ ਅਸੀਂ ਲੰਬਾ ਸਾਂਸ ਭਰ ਲਿੱਤਾ ਜੀ, ਔਰ ਹੁਣ ਸਾਂਸ ਛੱਡਦੇ ਹੋਏ, ਫੂਕ ਮਾਰਦੇ ਹੋਏ ਕਹ ਲਓ, ਅਸੀਂ ਜਿਹੜੇ ਮੋਢੇ ਤੇ ਹੱਥ ਰੱਖਿਆ ਉਸ ਪਾਸੇ ਵੱਲ ਨੂੰ ਏਦਾਂ ਸਰੀਰ ਨੂੰ ਮਰੋੜਨਾ ਸ਼ੁਰੂ ਕੀਤਾ। ਜੇ ਸੱਜੇ ਬੰਨੇ ਨੂੰ ਰੱਖਿਆ ਤੇ ਸੱਜੇ ਬੰਨੇ ਨੂੰ, ਬਸ ਜਿਹੜੇ ਮੋਢੇ ਤੇ ਹੱਥ ਰੱਖਿਆ ਉਸ ਪਾਸੇ ਵੱਲ ਨੂੰ ਮਰੋੜਨਾ ਹੈਗਾ ਜੀ। ਔਰ ਫਿਰ ਮਰੋੜਨ ਤੋਂ ਬਾਅਦ ਕੂਹਣੀ ਵੱਟੋ, ਮੋਢਾ ਵੱਟੋ, ਗਰਦਨ ਵੱਟੋ, ਔਰ ਮੈਕਸਿਮਮ ਟਵਿਸਟ ਜਿੰਨਾ ਦੇ ਸਕਦੇ ਸੀ ਦਿੱਤਾ। ਉਧਰ ਰੀੜ ਦੀ ਜਿੱਥੇ ਉਹ ਪਿੱਛੇ ਬੈਕ ਸਾਈਡ ਤੇ ਹੱਥ ਰੱਖਿਆ, ਮੁੱਠ ਮਟੀਰ ਕੇ ਰੱਖੀ ਹੈ, ਤੇ ਉਹਨੂੰ ਅੰਦਰ ਨੂੰ ਖਿਚਾ ਦੇਣਾ ਆ। ਹਾਂ, ਉਹਦਾ ਦਬਾਅ ਦੇਣਾ, ਆ ਮੁੱਠੀ ਦਾ ਦਬਾਅ ਜਿਹੜਾ ਇੱਥੇ ਦਬਾਅ ਦੇਣਾਗੇ, ਔਰ ਸਰੀਰ ਨੂੰ ਟਵਿਸਟ ਕੀਤਾ, ਮਰੋੜਿਆ, ਔਰ ਇਹਦੇ ਨਾਲ ਕੀ ਹੋਇਆ ਕਿ ਮੈਕਸਿਮਮ ਟਵਿਸਟ ਕਰਨ ਦੇ ਨਾਲ ਜਿਹੜਾ ਹੈਗਾ ਪੂਰੇ ਜਿਹੜੀ ਕਮਰ ਆ ਉਹਦੇ ਵਿੱਚ ਖੂਨ ਦਾ ਸੰਚਾਰ ਵਧਿਆ। ਫਿਰ ਦੂਸਰਾ ਜਿਹੜਾ ਹੈਗਾ, ਦੂਸਰਾ ਹੱਥ ਜਿਹੜਾ ਮੋਢੇ ਦੇ ਦੂਸਰੇ ਦੇ ਜੀ ਬਦਲ ਕੇ, ਯਾਨੀ ਕਿ ਦੂਸਰਾ ਹੱਥ ਜਿਹੜਾ ਆਪੋਜ਼ਿਟ ਮੋਢੇ ਤੇ ਰੱਖਿਆ, ਔਰ ਦੂਸਰਾ ਹੱਥ ਜਿਹੜਾ ਅਲੱਗ ਹੱਥ ਸੀਗਾ ਉਹਨੂੰ ਪਿੱਛੇ ਪਿੱਠ ਤੇ ਮੁੱਠੀ ਬੰਦ ਕਰਕੇ ਇਦਾਂ ਰੱਖ ਲਈ, ਔਰ ਪਹਿਲਾਂ ਲੰਬਾ ਸਾਹ ਭਰਿਆ, ਔਰ ਹੁਣ ਫੂਕ ਮਾਰਦੇ ਹੋਏ, ਔਰ ਇਸ ਤੋਂ ਜ਼ਿਆਦਾ ਟਵਿਸਟ ਹਲੇ ਹੋਰ ਕੀਤਾ ਜਾ ਸਕਦਾ। ਕੂਹਣੀ ਵੱਟੋ, ਮੋਢਾ ਵੱਟੋ, ਗਰਦਨ ਵੱਟੋ, ਔਰ ਇਸ ਤੋਂ ਅੱਗੇ ਨਹੀਂ ਜਾਇਆ ਜਾ ਸਕਦਾ, ਉੱਥੋਂ ਤੱਕ ਜਾਣਾ ਹੈਗਾ ਜੀ, ਔਰ ਵਾਪਸੀ ਦੇ ਉੱਤੇ ਲੰਬਾ ਸਾਹ ਭਰਨਾ ਹੈਗਾ, ਠੀਕ ਆ। ਪਰ ਇਸ ਚੀਜ਼ ਦੇ ਵਿੱਚ ਯਤਨ ਇਸ ਗੱਲ ਦਾ ਕਰਨਾ, ਇਹ ਏਦਾਂ ਝਟਕੇ ਨਾਲ ਨਹੀਂ ਜਾਣਾ, ਏਦਾਂ ਝਟਕੇ ਨਾਲ ਨਹੀਂ ਜਾਣਾ। ਝਟਕੇ ਨਾਲ ਜਾਵਾਂਗੇ ਤੇ ਨੁਕਸਾਨ ਹੋਊਗਾ ਭਾਈ। ਰੀੜ ਦੀ ਹੱਡੀ ਨੂੰ ਸਾਂਸ ਭਰ ਕੇ ਹੌਲੀ ਹੌਲੀ ਸਾਂਸ ਭਰਦੇ ਜਾਓ, ਹੌਲੀ ਹੌਲੀ ਸਾਂਸ, ਪਹਿਲਾਂ ਸਾਂਸ ਭਰ ਲਿੱਤਾ, ਸਾਂਸ ਛੱਡਦੇ ਹੋਏ ਹੌਲੀ ਹੌਲੀ ਮਰੋੜਦੇ ਜਾਓ, ਔਰ ਵਾਪਸੀ ਦੇ ਉੱਤੇ ਸਾਂਸ ਭਰੋ ਜੀ। ਇਹ ਕਮਰ ਦੀ ਦੂਸਰੀ ਕਿਰਿਆ ਹੋ ਗਈ। ਔਰ ਕਮਰੇ ਦੀ ਤੀਸਰੀ ਕਿਰਿਆ ਵੀ ਜਿਹੜੀ ਹੈ ਉਹ ਖੜੇ ਖੜੇ ਅਸੀਂ ਕਿੱਦਾਂ ਕਰ ਸਕਦੇ ਹੈਗੇ ਆ, ਤਾਂ ਮਤਲਬ ਇਦਾਂ, ਇਹ ਲਾਸਟ ਮੈਂ ਕਮਰ ਦੀ ਤਿੰਨ ਕਿਰਿਆਵਾਂ ਚੋਂ ਤੀਸਰੀ ਕਿਰਿਆ ਦੱਸਦਾ ਆ ਜੀ। ਇਸ ਢੰਗ ਨਾਲ ਹੱਥ ਪਕੜ ਲਿਆ, ਔਰ ਦੋ ਗੁੱਟ ਜਿਹੜੇ ਆ ਪਿੱਠ ਤੇ, ਰੀੜ ਦੀ ਹੱਡੀ ਦੇ ਦੋਨੇ ਪਾਸੇ ਗੁੱਟਾਂ ਦਾ ਦਬਾਅ ਜੀ, ਔਰ ਗੁੱਟਾਂ ਨਾਲ ਇਦਾਂ ਥੋੜਾ ਜਿਹਾ ਪਹਿਲਾਂ ਪਿੱਠ ਨੂੰ ਮਲਿਆ ਰਾਉਂਡ ਦੇ ਵਿੱਚ, ਔਰ ਇੱਥੇ ਫਿਕਸ ਕਰ ਲਿਆ ਗੁੱਟ ਜੀ। ਔਰ ਇਹ ਗੁੱਟ ਕਿੱਥੇ ਹੈਗੇ? ਜਿੱਥੇ ਕਿਡਨੀਜ਼ ਹੈਗੇ ਜੀ, ਕਿਡਨੀ ਦੇ ਉੱਤੇ ਦਬਾਅ ਪੈਣਾ ਹੈਗਾ। ਤਾਂ ਪਹਿਲਾਂ ਸਾਂਸ ਭਰ ਲਓ, ਲੰਬਾ ਸਾਂਸ ਭਰੋ, ਔਰ ਹੁਣ ਕੂਹਣੀਆਂ ਤੰਗ ਕਰੋ, ਪਿੱਛੇ ਨੂੰ ਮੋੜਨੀਆਂ, ਕੂਹਣੀਆਂ ਤੰਗ ਕਰੋ ਪਿੱਛੇ ਵੱਲ ਨੂੰ ਜੀ, ਠੋਡੀ ਉੱਪਰ ਵੱਲ ਨੂੰ ਉਠਾਓ। ਹੁਣ ਗੁੱਟਾਂ ਨਾਲ ਪਿੱਠ ਧੱਕੋ, ਔਰ ਸਿਰ ਪਿੱਛੇ ਨੂੰ ਜੀ ਜੀ ਜੀ। ਇਸ ਢੰਗ ਨਾਲ ਮੈਕਸਿਮਮ ਜਿਹੜਾ ਹੈ, ਜਿਹੜਾ ਸਾਂਸ ਅਸੀਂ ਭਰਿਆ ਸੀਗਾ, ਜਦੋਂ ਅਸੀਂ ਕੂਹਣੀਆਂ ਪਿੱਛੇ ਨੂੰ ਖਿੱਚੀਆਂ, ਠੋਡੀ ਉੱਪਰ ਨੂੰ ਉਠਾਈ, ਉਹ ਪੂਰਾ ਲੰਗਸ ਜਿਹੜੇ ਆ ਸਟ੍ਰੈਚ ਹੋ ਗਏ। ਬਿਲਕੁਲ ਜੀ, ਬਿਲਕੁਲ। ਔਰ ਸਾਂਸ ਜਿਹੜਾ ਸੀ ਅੰਦਰ ਉਹ ਪੂਰਾ ਫੈਲ ਕੇ, ਉਸਨੇ ਜਿਹੜਾ ਫੇਫੜਿਆਂ 'ਚ ਖੂਨ ਆਇਆ ਉਸ ਨੂੰ ਉਹਨੇ ਵਟਾਂਦਰਾ ਕਰ ਲਿਆ
ਕਾਹਦੇ ਨਾਲ? ਆਕਸੀਜਨ ਦੇਤੀ, ਕਾਰਬਨ ਡਾਈਆਕਸਾਈਡ ਵਾਪਸ ਲੈ ਲਈ ਇਹਦੇ ਕੋਲੋਂ ਜੀ 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 ਖੂਨ ਚੋਂ। ਤਾਂ ਖੂਨ ਨੂੰ ਸਾਫ਼ ਕਰਕੇ ਗਾਹਾਂ ਤੋੜ ਦਿੱਤਾ ਔਰ ਖੂਨ ਦੇ ਵਿੱਚੋਂ ਜਿਹੜੇ ਦੂਸ਼ਿਤ ਪਦਾਰਥ ਸੀ ਉਹ ਵਾਪਸ ਲੈ ਕੇ ਉਹ ਸਾਂਸ ਦੇ ਰਾਹੀਂ ਬਾਹਰ ਆ ਗਏ ਜੀ। ਸੋ ਇਸ ਢੰਗ ਨਾਲ ਮਤਲਬ ਕਹਿਣ ਦਾ ਕਿ ਬੈਕਵਰਡ ਬੈਂਡ ਕੀਤਾ, ਠੀਕ ਆ ਜੀ ਔਰ ਫਿਰ ਫਾਰਵਰਡ ਬੈਂਡ ਕਰਨਾ ਹੈਗਾ। ਹੱਥਾਂ ਦਾ ਲੌਕ ਲਗਾ ਲਿਆ, ਜੀ ਹੱਥਾਂ ਦਾ ਲੌਕ ਲਗਾ ਕੇ ਹਥੇਲੀਆਂ ਥੱਲੇ ਵੱਲ ਨੂੰ ਕਰ ਲਈਆਂ, ਜੀ ਥੱਲੇ ਵੱਲ ਨੂੰ ਕਰਕੇ ਔਰ ਫਿਰ ਠੋਡੀ ਥੋੜੀ ਜਿਹੀ ਉੱਪਰ ਨੂੰ ਉਠਾਣੀ ਹੈਗੀ। ਸਾਹ ਭਰੋ ਪਹਿਲਾਂ, ਠੋਡੀ ਉੱਪਰ ਉਠਾ ਲਈ। ਹੁਣ ਸਾਂਸ ਛੱਡਦੇ ਹੋਏ ਠੋਡੀ ਉੱਪਰ ਰੱਖਣੀ ਹੈਗੀ, ਅੱਗੇ ਨੂੰ ਝੁਕਦੇ ਜਾਣਾ ਹੈਗਾ, ਅੱਗੇ ਨੂੰ ਝੁਕਦੇ ਜਾਣਾ ਔਰ ਹਥੇਲੀਆਂ ਉੱਪਰ ਵੱਲ ਨੂੰ ਉਠਾਉਂਦੇ ਜਾਣਾ ਹੈਗਾ, ਪਿੱਛੇ ਨੂੰ ਉਠਾਉਂਦੇ ਜਾਣਾ। ਹਾਂ, ਹਥੇਲੀਆਂ ਚੱਕਦੇ ਜਾਣਾ ਹੈਗਾ, ਆਪ ਠੋਡੀ ਉਠਾ ਕੇ ਰੱਖਣੀ ਹੈਗੀ। ਆਪ ਅੱਗੇ ਨੂੰ ਜਾਣਿਆ ਤਾਂ ਜਿਹੜੀਆਂ ਬਾਹਾਂ ਆ ਉਹ ਪਿੱਛੇ ਨੂੰ ਤਾਂ ਨੂੰ ਚੱਕਣੀਆਂ। ਹਾਂ, ਤਾਂ ਇਸ ਢੰਗ ਨਾਲ ਕੀ ਹੋਊਗਾ ਕਿ ਇਹ ਇੱਕ ਬੈਕਵਰਡ ਬੈਂਡ ਕੀਤਾ ਔਰ ਇੱਕ ਫਾਰਵਰਡ ਬੈਂਡ ਕੀਤਾ। ਜੀ ਜੀ। 2 ਵਾਰੀ ਨਾਰਮਲ ਸਪੀਡ ਨਾਲ ਕਰ ਲਓ, ਫਿਰ ਥੋੜਾ ਜਿਹਾ ਤੇਜ਼ ਕਰ ਲਓ, ਫਿਰ ਥੋੜਾ ਜਿਹਾ ਹੋਰ ਤੇਜ਼ ਕਰ ਲਓ ਜੀ। ਸੋ ਇਸ ਢੰਗ ਨਾਲ ਜਾਣੀ ਤੁਹਾਡੀ ਕਮਰ ਦੀਆਂ 3 ਕਿਰਿਆਵਾਂ ਜਿਹੜਾ ਬੰਦਾ ਕਰੂਗਾ, ਉਹਦਾ ਲੱਕ ਦਰਦ ਕਦੇ ਨਹੀਂ ਹੋਊਗਾ। ਸਾਈਡ ਬੈਂਡਿੰਗ, ਟਵਿਸਟਿੰਗ ਔਰ ਫਿਰ ਫਾਰਵਰਡ ਔਰ ਬੈਕਵਰਡ ਬੈਂਡਿੰਗ। ਜੀ। ਫਾਰਵਰਡ ਬੈਕਵਰਡ ਬੈਂਡਿੰਗ, ਅੱਗੇ ਨੂੰ ਪਿੱਛੇ ਨੂੰ ਝੁਕਣਾ, ਸਾਈਡ ਨੂੰ ਇੱਕ ਵਾਰੀ ਉਧਰ ਝੁਕਣਾ ਜੀ ਔਰ ਟਵਿਸਟ ਕਰਨਾ, ਇੱਕ ਵਾਰੀ ਉਧਰ ਮਰੋੜਨਾ, ਇੱਕ ਵਾਰੀ ਉਧਰ ਮਰੋੜਨਾ। ਜੀ ਜੀ ਜੀ। 3 ਕਿਰਿਆਵਾਂ ਕਮਰ ਦੀਆਂ ਕਰੋ, ਤੁਹਾਡੀ ਕਮਰ ਦਾ ਦਰਦ ਆਪਣੇ ਆਪ ਦੂਰ ਹੋਣਾ ਸ਼ੁਰੂ ਹੋ ਜਾਊਗਾ। ਬਸ ਸ਼ਰਤ ਇੱਕ ਵਾ, ਝਟਕਾ ਜਮਾ ਹੀ ਨਹੀਂ ਲਗਾਉਣਾ ਔਰ ਦੂਸਰੀ ਸ਼ਰਤ ਵਾ ਸਾਂਸ ਨਾਲ ਜੋੜ ਕੇ ਕਰਨਾ ਹੈਗਾ। ਜੀ 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 ਜੀ। ਤੇ ਬਸ ਸਾਂਸ ਨਾਲ ਜੋੜ ਕੇ ਕਰੋਗੇ ਤੇ ਤੁਹਾਨੂੰ ਲਗਾਤਾਰ ਇਸ ਦੇ ਫਾਇਦੇ ਹੁੰਦੇ ਚਲੇ ਜਾਣਗੇ। ਤੁਸੀਂ ਖੁਦ ਹੈਰਾਨ ਹੋ ਜਾਓਗੇ ਕਿ ਹੈ ਇਹ ਸਿੰਪਲ ਜਿਹਾ ਪ੍ਰੋਸੈਸ ਜਿਹੜਾ ਵਾ ਇੰਨਾ ਲਾਹੇਵੰਦ ਹੋ ਸਕਦਾ ਹੈਗਾ। ਔਰ ਇੱਥੇ ਟਾਈਮ ਕਿੰਨਾ ਲੱਗਣਾ? 5-10-15 ਮਿੰਟ। 5-10 ਮਿੰਟ, ਠੀਕ ਹੈ ਜੀ, ਬਹੁਤ ਵਧੀਆ। ਇੰਨੇ ਵਿੱਚ ਤੁਸੀਂ ਸਾਰਾ ਸਰੀਰ ਸਿਰ ਤੋਂ ਪੈਰ ਤੱਕ ਜਿਹੜਾ ਵਾ ਉਹ ਕਰ ਲਓਗੇ। ਤਾਂ ਮੈਂ ਤੁਹਾਨੂੰ ਉੱਪਰਲੇ ਪਾਰਟਸ ਦੀਆਂ, ਕਮਰ ਤੱਕ ਦੀਆਂ ਕਿਰਿਆਵਾਂ ਕਰਵਾ ਦਿੱਤੀਆਂ। ਤੁਹਾਡੇ ਕੋਲ ਸਮੇਂ ਦੀ ਜੇ ਗੁੰਜਾਇਸ਼ ਘੱਟ ਵਾ ਤੇ ਲੱਤਾਂ ਦੇ ਪਾਰਟਸ ਜਿਹੜੇ ਚਾਰੇ ਆ, ਇਦਾਂ ਗੱਲ, ਲੱਤ ਦੇ ਚਾਰੇ ਪਾਰਟਸ ਵਾ, ਪੈਰਾਂ ਦੀਆਂ ਉਂਗਲਾਂ, ਗਿੱਟਾ, ਗੋਡਾ ਔਰ ਕੂਲਾ। ਜੀ ਜੀ। ਤੋ ਇਹਦੀਆਂ ਚਾਰੇ ਕਿਰਿਆਵਾਂ ਜਿਹੜੀਆਂ ਆਪਾਂ ਨੈਕਸਟ ਟਾਈਮ ਕਰਾਂਗੇ। ਬਿਲਕੁਲ ਸਰ ਜੀ। ਉਸ ਦਿਨ ਇੱਕ ਤੁਹਾਡੇ ਲਈ ਸੁਨੇਹਾ ਆਇਆ ਸੀ ਕਿ ਧਰਨ ਦੀ ਜਿਹੜੀ ਪ੍ਰੋਸੈਸ ਦੀ ਆ ਉਹ ਪਲੀਜ਼ ਸਾਨੂੰ ਦੱਸ ਦਿਓ, ਕਿਉਂਕਿ ਅਸੀਂ ਇਸ ਦੁਬਿਧਾ ਦੇ ਨਾਲ ਬਹੁਤ ਔਖੇ ਹਾਂ। ਤੇ ਪਲੀਜ਼ ਇਸ ਬਾਰੇ ਸਾਨੂੰ ਕੁਝ ਕੁ ਆਸਨ, ਕੁਝ ਕੁ ਮਤਲਬ ਕਿਰਿਆਵਾਂ ਜ਼ਰੂਰ ਦੱਸਿਓ ਕਿ ਅਸੀਂ ਇਸ ਮੁਸ਼ਕਲ ਤੋਂ ਦੂਰ ਨਿਕਲ ਸਕੀਏ। ਅੱਜ ਜਾਂ ਫਿਰ ਕਿਸੇ ਦਿਨ ਦੱਸਿਓ ਜ਼ਰੂਰ। ਤੇ ਕਿਉਂਕਿ ਉਹਨਾਂ ਦਾ ਸੀ ਤੁਸੀਂ ਨੈਕਸਟ ਟਾਈਮ ਜਿਹੜਾ ਆਹ ਥੋੜਾ ਜਿਹਾ ਰਹਿੰਦਾ ਪਾਰਟ ਕਵਰ ਕਰਕੇ ਨਾਲ ਧਰਨ ਵਾਲਾ ਲੈ ਲਵਾਂਗੇ। ਬਿਲਕੁਲ ਜੀ, ਬਿਲਕੁਲ। ਕਿਉਂਕਿ ਆਪਣੀ ਪਿਛਲੇ ਹਫਤੇ ਦੇ ਵਿੱਚ ਆਪਣੀ ਗੈਪ ਹੋ ਗਿਆ ਸੀ। ਠੀਕ ਹੈ ਜੀ, ਬਿਲਕੁਲ। ਧਰਨ ਦੀ ਜਿਹੜੀ ਪ੍ਰੋਬਲਮ ਆ, ਅੱਜ ਵੀ ਮੈਂ ਜਦੋਂ ਤੁਰਨ ਲੱਗਾ ਥੋੜੀ ਦੇਰ ਪਹਿਲਾਂ ਇੱਕ ਬੀਬੀ ਮੇਰੇ ਕੋਲ ਆਈ ਜੀ ਕਿ ਮੈਨੂੰ ਜੀ ਧਰਨ ਦੀ ਪ੍ਰੋਬਲਮ ਹੈ, ਮੈਂ ਨਾ ਕੋਈ ਹਜਮ ਹੁੰਦਾ ਜੀ ਉਹ। ਤੇ ਮੈਂ ਫਿਰ ਉਸ ਨੂੰ ਕੁਝ ਨੁਕਤੇ ਦੱਸੇ ਵੀ ਜੀ। ਤੇ ਫਿਰ ਮੈਂ ਉਹਨੂੰ ਕਿਹਾ ਕਿ ਉਹ ਬੀਬੀ ਅੱਗੇ ਸਾਡੇ ਯੋਗ ਕੇਂਦਰ ਤੇ ਆਂਦੀ ਹੁੰਦੀ ਸੀ। ਜੀ ਜੀ ਜੀ। ਤੇ ਉਹ ਕਹਿੰਦੀ ਜੀ ਉਦੋਂ ਮੈਨੂੰ ਕਦੇ ਕੋਈ ਪ੍ਰੋਬਲਮ ਨਹੀਂ ਸੀ ਹੋਈ। ਜਦੋਂ ਛੱਡ ਦਿੱਤਾ ਜਦੋਂ ਮੈਂ ਛੱਡ ਦਿੱਤਾ ਤੇ ਮੈਂ ਕਿਹਾ ਫਿਰ ਬੀਬੀ ਤੂੰ ਆਪ ਖੁਦ ਹੀ ਮੰਨਦੀ ਆ ਕਿ ਜਦੋਂ ਤੂੰ ਯੋਗ ਤੇ ਆਂਦੀ ਸੀ ਉਦੋਂ ਕੋਈ ਪ੍ਰੋਬਲਮ ਨਹੀਂ ਸੀ, ਤੇ ਜਦੋਂ ਛੱਡ ਦਿੱਤਾ ਉਦੋਂ ਪ੍ਰੋਬਲਮਸ ਆਣੀਆਂ ਸ਼ੁਰੂ ਕੀਤੀਆਂ। ਤੇ ਰੋਗ ਤਾਂ ਸੁਸਤ ਸਰੀਰ ਨੂੰ ਭਾਲਦਾ ਆ। ਬਿਲਕੁਲ ਜੀ, ਬਿਲਕੁਲ। ਮੈਨੂੰ ਸੁਸਤ ਸਰੀਰ ਚਾਹੀਦਾ, ਮੈਂ ਉਹਦੇ ਵਿੱਚ ਜਾ ਕੇ ਵਧੀਆ ਪੱਕਾ ਡੇਰਾ ਲਾਉਂਗਾ ਜਾ। ਬਿਲਕੁਲ। ਤੇ ਹੁਣ ਆਪਾਂ ਗੱਲਾਂ ਨੂੰ ਬਹੁਤਾ ਜ਼ਿਆਦਾ ਜਾਰੀ ਨਹੀਂ ਰੱਖ ਸਕਦੇ ਕਿਉਂਕਿ ਸਮਾਂ ਵੀ ਲਗਭਗ ਹੋ ਗਿਆ ਆ। ਸੋ ਅਗਲੇ ਭਾਗ ਦੇ ਵਿੱਚ ਜਿਹੜੀਆਂ ਕਿਰਿਆਵਾਂ ਰਹਿੰਦੀਆਂ ਨੇ ਕਿ ਸਾਡੇ ਗਿੱਟਿਆਂ ਦੀਆਂ ਆ, ਚਾਹੇ ਹਨਾ, ਤੇ ਕਿਉਂਕਿ ਅਸੀਂ ਅੱਜ ਪੂਰੀ ਬੋਡੀ ਦੇ ਕਰ ਰਹੇ, ਪਰ ਸਮਾਂ ਜਿਹੜਾ ਆ ਉਹ ਅਸੀਂ ਕੁਝ ਜ਼ਿਆਦਾ ਹੀ ਲੈ ਲਿਆ। ਤੇ ਕਿਉਂਕਿ ਜ਼ਰੂਰੀ ਵੀ ਸੀਗਾ ਕਿ ਇਹਨਾਂ ਕਿਰਿਆਵਾਂ ਦੇ ਨਾਲ ਅਸੀਂ ਬੈਠੇ ਬੈਠੇ ਘਰ ਦੇ ਵਿੱਚ 10-15 ਮਿੰਟ ਦੇ ਵਿੱਚ ਆਪਣੇ ਸਿਹਤ ਨੂੰ ਕਿਵੇਂ ਤੰਦਰੁਸਤ ਰੱਖ ਸਕਦੇ ਹਾਂ। ਸੋ ਸਰ ਜੀ ਬਹੁਤ ਬਹੁਤ ਸ਼ੁਕਰੀਆ। ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਤੇ ਆਪਾਂ ਤੁਹਾਨੂੰ ਕਵਿਸ਼ਰੀ ਦੇ ਨਾਲ ਛੱਡ ਕੇ ਜਾ ਰਹੇ ਹਾਂ, ਪਰ ਤੁਸੀਂ ਜਾਣਾ ਕਿਤੇ ਨਹੀਂ ਜੀ, ਸੁਣਦੇ ਰਹਿਣਾ FM 90.4 ਅਵਤਾਰ ਰੇਡੀਓ ਸੀਚੇਵਾਲ, ਕੁਦਰਤ ਦੀ ਆਵਾਜ਼। ਸੁਣੋ ਜੀ। ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਵੀਰ ਮਹਿਲ ਸਿੰਘ ਚੰਡੀਗੜ੍ਹ ਵਾਲਿਆਂ ਦੀ ਕਵਿਸ਼ਰੀ ਦੇ ਨਾਲ ਛੱਡ ਕੇ ਜਾ ਰਹੀ ਹਾਂ ਜੀ। ਤੇਰੇ ਨੈਣ ਨਕਸ਼ੀਅਤ ਸੁੰਦਰ ਨੇ, ਤਕਨੀ ਵਿੱਚ ਮਸਤੀ ਅੰਤਾਰੀ, ਸਾਹਾਂ ਵਿੱਚ ਮਹਿਕਾ ਕੁਲੀਆਂ ਨੇ, ਜੋ ਹੋਸ਼ ਭੁਲਾ ਦੇ ਜਨਤਾ ਉਹ ਲੈ ਲਓ ਮੇਰੀ ਯਾਦ ਚ ਖਿੜ ਕੇ ਨੱਚ ਉੱਠਦੇ, ਓਏ ਮਦਮ ਵਿਚਾਰੀ ਉਦਾਸ ਮੇਰੇ, ਤੇਰੀ ਪ੍ਰੀਤ ਹੀ ਹਜੇ ਟਾਈਮ 15 ਮਿੰਟ ਤੋਂ ਬਾਅਦ ਵੀ ਚੁੱਪ ਨਹੀਂ ਹੁੰਦੀ ਨਾ। ਤੇਰੇ ਨਾਮ ਨਾ ਚੱਲਣ ਸਵਾਸ। ਹਾਂਜੀ ਵੀਰੇ, ਮੈਂ ਥੋੜਾ ਠੀਕ ਆ, ਵਧੀਆ ਆ।
ਤੇ ਆਪਾਂ ਥੋੜਾ ਜਿਹਾ ਕਰ ਲਈ, ਬਾਅਦ ਵਿੱਚ ਵਿਚਾਰ ਵਟਾਂਦਰਾ ਕਰਦੇ ਆ। ਤਕੜੀ ਵਿੱਚ ਮਸਤੀ ਅੰਤਾਰੀ ਸਾਹਾਂ ਵਿੱਚ ਮਹਿਕਾ ਕੁਲੀਆਂ ਨੇ ਜੋ ਹੋਸ਼ ਭੁਲਾ ਦੇ ਜਨਤਾ ਦੀ ਤੇਰੀ ਚਾਂਦ ਚ ਖਿੜਕੇ ਨੱਚ ਉੱਠਦੇ ਐ ਮਦਮ ਵਿਚਾਰੀ ਉਦਾਸ ਮੇਰੇ ਸਿਮਰਨ ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਤੇਰੇ ਨਾਮ ਨਾ ਚੱਲਣ ਸਵਾਸ ਮੇਰੇ ਯਾਦ ਰਹੇ ਤਾਂ ਜਿੰਦਾ ਜੇ ਵਿਸਰੇ ਤਾਂ ਮਰ ਜਾਂਦਾ ਮੁਬਾਰਕਾਂ ਕਿਸ ਚੀਜ਼ ਦੀਆਂ ਸਿਮਰਨ ਜੀ? ਇੱਥੇ ਨਾ ਮੇਰੇ ਨਹੀਂ ਆ ਬਿਲਕੁਲ ਜੀ ਬਿਲਕੁਲ ਜੀ ਜੋਤ, ਆਪਾਂ ਉਧਰ ਗੱਲ ਕਰਦੇ ਹਾਂ ਵੀਰੇ। ਜਦ ਪ੍ਰੀਤ ਹੁਲਾਰਾ ਦਿੰਦੀ ਹੈ ਮੈਂ ਕਿਹਾ ਟਾਈਮ ਲੱਗਣਾ 5-7 ਮਿੰਟ ਲੱਗਣੇ ਹੈ ਨਾ, ਉਹਦੇ ਤੋਂ ਬਾਅਦ ਵਿੱਚ ਕਵਰ ਕਰਨਾ ਉਹਨੇ। ਜਦ ਕੋਨੀ ਮੁਹੱਬਤ ਚੱਲਦੀ ਹੈ 5-10 ਮਿੰਟ। ਉਹ ਜਾਂਦੇ ਬੰਦ ਖਲਾਸ ਮੇਰੇ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਮ ਨਾ ਚੱਲਣ ਸਵਾਸ ਮੇਰੇ ਧਰਤੀ ਤੋਂ ਅੰਬਰ ਤੋੜੀ ਤੇਰਾ ਹੀ ਨੂਰ ਨਜ਼ਾਰਾ ਹੈ ਫੁੱਲਾਂ ਦੀ ਕੈਦ ਸੁਗੰਧ ਭਰੀ ਜਗ ਪ੍ਰੀਤਾ ਕੁਝ ਸਹੀ ਲੱਗਦੀ ਨਹੀਂ, ਮੈਂ ਹੁਣ ਪੂਰੀ ਸਹੀ ਹੋ ਜਾਣਾ ਤੁਹਾਡੀਆਂ ਦੁਆਵਾਂ ਨਾਲ, ਤੁਹਾਡੇ ਪਿਆਰ ਨਾਲ, ਤੁਹਾਡੀਆਂ ਦਿੱਤੀਆਂ ਹੋਈਆਂ ਸਲਾਹਾਂ ਦੇ ਨਾਲ ਜੀ। ਨਿਤ ਆਉਣ ਸ਼ਿਕਾਇਤਾਂ ਪਾਸ ਤੇਰੇ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਮ ਨਾ ਚੱਲਣ ਸਵਾਸ ਮੇਰੇ ਮੈਂ ਠੀਕ ਨਹੀਂ ਸੀ ਨਾ, ਤਾਂ ਮੈਨੂੰ ਸਾਰੇ ਪੁੱਛਦੇ ਭੈਣ ਪੁੱਛਦੀ ਪਈ ਕਿੱਦਾਂ ਹੁਣ ਤੁਸੀਂ ਠੀਕ ਹੋ? ਅੱਛਾ ਅੱਛਾ। ਜਦ ਵਾਹਿਗੁਰੂ ਆਖਾਂ ਕਰ ਜਾਂਦਾ ਆ ਪਿਛਲੀ ਵਾਰੀ ਮੈਂ ਤੁਹਾਡੀ ਭਾਵਨਾ ਸਮਝ ਗਿਆ ਸੀਗਾ ਵੀ ਤੁਸੀਂ ਕਿਹਾ ਵੀ ਸਿਹਤ ਤਬੀਅਤ ਠੀਕ ਠੀਕ ਨਹੀਂ। ਨਹੀਂ, ਹਾਂਜੀ ਹਾਂਜੀ ਫਿਰ ਮੈਂ ਵੀ ਸੋਚਿਆ ਵੀ ਚਲੋ ਤੰਗ ਵੀ ਨਹੀਂ ਕਰਨਾ ਚਾਹੀਦਾ। ਵਧੀਆ ਆ ਸਰ ਜੀ। ਹੈ ਜ਼ਿਆਦਾ ਹੋ ਗਿਆ ਸੀ, ਇਨਫੈਕਸ਼ਨ ਹੋ ਗਈ ਸੀਗੀ, ਉਹ ਲੀਵਰ ਦੇ ਵਿੱਚ ਟਾਈਫਾਇਡ ਜ਼ਿਆਦਾ ਰਹਿਣ ਦਾ ਕਰਕੇ ਨਾ ਉਹ ਹੋ ਗਈ ਸੀ। ਉਹ ਗਲੂਕੋਜ਼ ਲਵਾਇਆ ਤੇ ਦਵਾਈਆਂ ਚੱਲ ਰਹੀਆਂ, ਹਾਏ ਬਹੁਤ ਪੀੜ ਹੁੰਦੀ ਆ। 1.5-2 ਘੰਟੇ ਪੈ ਰਹਿਣਾ ਇੱਕੋ ਮੂਵਮੈਂਟ ਦੇ ਵਿੱਚ ਬਹੁਤ ਔਖਾ ਲੱਗਦਾ। ਤੂੰ ਗਲੋ ਦੀ ਗੋਲੀ ਜਾਂ ਗਲੋ ਦਾ ਜੂਸ ਉਹ ਚੱਲਦੇ ਹੁਣ ਉਹੀ ਕਰਨ ਲੱਗੇ ਲੈਂਦੇ ਰਹੋ। ਜੇ ਤੁਸੀਂ ਮੈਨੂੰ ਕਹਿੰਦੇ ਮੈਂ ਲੈਂਦੇ ਆਉਣਾ ਸੀਗਾ। ਨਾਲ ਨਹੀਂ ਗਿਆ ਦਿਮਾਗ ਦੇ ਵਿੱਚ। ਗਲੋ ਨਹੀਂ ਟਾਈਫਾਈਡ ਆਪਾਂ ਵਾਸਤੇ ਹਰੀਆਂ ਆਪਣੇ ਕੋਲ ਹੈਗੀਆਂ, ਪਰ ਰਗੜ ਕੇ ਪੀਣੇ ਸ਼ੁਰੂ ਕਰ ਦਿੱਤੀਆਂ। ਕੀੜੀ ਬਨ ਤੀਰ ਚ ਬਨ ਦਿੰਦਾ ਹੰਕਾਰ ਸ਼ੁਕਰੀਆ ਜੀ, ਸ਼ੁਕਰੀਆ। ਉਹਦੇ ਪਾਪ ਦਾ ਬਣਦਾ ਡਨ ਦਿੰਦਾ ਸਰ ਜੀ ਲਓ ਤੁਸੀਂ। ਬਸ ਥੋੜਾ ਜਿਹਾ ਪੀਸ ਲਓ ਨਾ ਕਰਨਾ। ਨਹੀਂ ਤੁਸੀਂ ਲਓ ਜਿੰਨਾ ਲੈਣਾ ਆ। ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਮ ਨਾ ਚੱਲਣ ਸਵਾਸ ਮੇਰੇ ਕੁਝ ਦੁਨੀਆ ਤੇ ਚਮਕਦਾ ਪਤਾ ਨਹੀਂ ਵੀਰੇ ਬਣਾ ਲਈ ਲੈ ਗਏ ਹੈਗੇ, ਮਿਲੇ ਕੇਕ ਹੋਏਗਾ। ਇਸ ਲੱਖ 84 ਝੂਲਾ ਨੂੰ ਇੱਕ ਤੇਰਾ ਹੀ ਪਰਵਾਸਾ ਹੈ ਉਹਨਾਂ ਦੇ ਪੀਣੇ ਲੋਬੀ ਨੇ ਨਿਤ ਆਉਣ ਸ਼ਿਕਾਇਤਾਂ ਪਾਸ ਤੇਰੇ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਮ ਨਾ ਚੱਲਣ ਸ਼ੁਕਰੀਆ ਵੀਰੇ, ਸ਼ੁਕਰੀਆ। ਕਹਿੰਦਾ ਵੀਰਾ ਕਹਿੰਦਾ ਆ, ਕਹਿੰਦਾ ਕਿ ਮੇਰੀ ਭੈਣ ਜਲਦੀ ਜਲਦੀ ਠੀਕ ਹੋ ਜਾਏ। ਹਾਂ ਭੈਣ ਭਰਾਵਾਂ ਨੂੰ ਫਿਕਰ ਹੁੰਦਾ। ਨਹੀਂ ਕੋਈ ਆ। ਬਿਲਕੁਲ ਜੀ ਬਿਲਕੁਲ। ਮੁਖ ਮੋੜੀ ਨਾ ਦਿਲ ਤੋੜੀ ਨਾ ਰੱਖ ਪਿਆ ਮੁਹੱਬਤ ਛੁੱਟੀ ਦਾ ਕੀ ਹਾਲ ਆ? ਸੁੱਤੀ ਪਈ ਇੱਧਰ। ਅੱਛਾ ਗੁਣ ਪੜ ਰੱਖੀ ਵਿੱਚ ਖਾਸ ਮੇਰੇ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਸਤਿ ਸ਼੍ਰੀ ਅਕਾਲ ਰਾਮਜੀਤ ਵੀਰ ਜੀ, ਲੇਟ ਹੋ ਗਏ ਆਪਾਂ।
ਚਲੋ ਅਸੀਂ ਅੱਜ ਦਾ ਪ੍ਰੋਗਰਾਮ ਆਪਾਂ ਇੱਥੇ ਹੀ ਸਮੇਟਦੇ ਆ। ਬੜਿਆਂ ਦੀਆਂ ਦੁਆਵਾਂ ਨੇ, ਬੜਿਆਂ ਨੇ ਪਿਆਰ ਦਿੱਤਾ ਆ। ਸੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਭਰਾਵਾਂ ਤੇ ਭੈਣਾਂ ਦਾ ਜਿਹੜੀ ਮੇਰੀ ਲਿਸਟ ਵਿੱਚ ਅੱਜ ਆਏ ਸੀ। ਮਨਵੀਰ ਸਿੰਘ ਜੀ ਆਏ ਸੀਗੇ ਤੇ ਨਾਲ ਦੀ ਨਾਲ ਅਮਨਪ੍ਰੀਤ ਜੀ ਆਏ ਸੀਗੇ ਤੇ ਬਲਕਰਨ ਜੀ ਆਏ ਸੀ, ਹੁਸਨਪ੍ਰੀਤ ਜੀ ਤੇ ਜਗਦੀਪ ਸਿੰਘ ਵੀਰ ਜੀ ਆਏ ਸੀਗੇ ਤੇ ਮਹੇਸ਼ ਜੀ ਆਏ ਸੀ, ਮਿੰਟੂ ਜੀ ਆਏ ਸੀਗੇ, ਹਰਦੀਪ ਜੀ ਆਏ ਸੀਗੇ ਤੇ ਖੁਸ਼ਹਾਲ ਲਾਲੀ ਜੀ ਪੱਤਰਕਾਰ ਸੀਨੀਅਰ ਪੱਤਰਕਾਰ ਆਏ ਸੀਗੇ ਤੇ ਹਰਦਰਸ਼ਨ ਸਿੰਘ ਜੀ ਆਏ ਸੀ, ਬਲਬੀਰ ਸਿੰਘ ਜੀ ਪੱਪੂ ਭਾਜੀ ਜੀ ਆਏ ਸੀ, ਜੋਤ ਜੀ ਆਏ ਸੀ ਤੇ ਜੋਤਵੀਰ ਜੀ ਨੇ ਸਤਿ ਸ਼੍ਰੀ ਅਕਾਲ ਬੁਲਾਈ ਤੇ ਕੀ ਹਾਲ ਕਹਿੰਦੇ ਨੇ ਤੇ ਸਿੰਘ ਰਵਿੰਦਰ ਜੀ ਆਏ ਸੀਗੇ ਤੇ ਕੁਲਵੰਤ ਕੌਰ ਸਤਿਕਾਰਯੋਗ ਭੈਣ ਜੀ ਵੱਡੇ ਆਏ ਸੀਗੇ ਤੇ ਪਰਮਪ੍ਰੀਤ ਜੀ ਆਏ ਸੀ ਤੇ ਕਰਮ ਜੀ ਤੇ ਕਹਿੰਦੇ ਕਿਵੇਂ ਹੋ ਸਿਸਟਰ, ਆਪਾਂ ਬਹੁਤ ਵਧੀਆ ਹੈ ਤੇ ਸੁਖਵਿੰਦਰ ਸਿੰਘ ਜੀ ਆਏ ਸੀਗੇ ਤੇ ਮਨਵੀਰ ਸਿੰਘ ਜੀ ਕਹਿੰਦੇ ਕਿ ਕਿਵੇਂ ਸਿਹਤ ਆ ਜੀ, ਬਹੁਤ ਵਧੀਆ ਸੀ ਜੀ। ਤੇ ਬਾਅਦ ਵਿੱਚ ਆਏ ਸੀ ਗੁਰਪਾਸੀ ਆਏ ਸੀ, ਦਲਵੀਰ ਜੀ ਆਏ ਸੀਗੇ, ਦਲਵੀਰ ਕੌਰ ਭੈਣ ਜੀ ਆਏ ਸੀਗੇ ਤੇ ਮਨਜੀਤ ਸਿੰਘ ਤੇ ਮਨਵੀਰ ਜੀ ਸਿਹਤ ਬਾਰੇ ਪੁੱਛ ਰਹੇ ਸੀ, ਗੁਰਦੀਪ ਸਿੰਘ ਜੀ ਆਏ ਸੀ, ਸਤਿ ਸ਼੍ਰੀ ਅਕਾਲ ਬੁਲਾ ਕੇ ਗਏ ਹੈ। ਜਿੰਦੂ ਸਿਚੇਵਾਲ ਦਾ ਛੋਟਾ ਬੱਚਾ ਆਇਆ ਸੀ, ਇੰਦਰ ਗਿੱਲ ਜੀ ਤੇ ਜਸਵਿੰਦਰ ਸਰਾਂ ਜੀ ਆਏ ਸੀਗੇ ਤੇ ਗਾੜੀ ਰਾਏ ਦੀਪਾ ਜੀ ਆਏ ਸੀਗੇ ਤੇ ਸਵਰਨ ਸਿੰਘ ਜੀ ਆਏ ਸੀ, ਅਨਮੋਲਪ੍ਰੀਤ ਜੀ ਸੋ ਬੀੜ ਬਠਿੰਡਾ ਤੋਂ ਤੇ ਹਰਪ੍ਰੀਤ ਜੀ ਗਾੜੀ ਆਏ ਸੀਗੇ ਤੇ ਮੰਗਤ ਸ਼ਰਮਾ ਜੀ ਆਏ ਸੀ, ਹਰਿੰਦਰ ਸਿੰਘ ਜੀ ਆਏ ਸੀ ਗਾੜੀ, ਇੰਦਰਪਾਲ ਸਿੰਘ ਜੀ, ਗੁਰਮੀਤ ਜੀ ਤੇ ਸੰਤੋਖ ਸਿੰਘ PVC ਹਨਾ ਤੇ MG ਟਿਵਾਣਾ ਜੀ ਆਏ ਸੀਗੇ ਤੇ ਸੁਖ ਕੌਰ ਜਵੰਦਾ ਜੀ ਆਏ ਸੀਗੇ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਸਿਸਟਰ ਜੀ, ਹੁਣ ਠੀਕ ਹੋ ਤੁਸੀਂ? ਤੇ ਜੋਤਵੀਰ ਜੀ ਕਹਿੰਦੇ ਹੈਲੋ ਤੇ ਜੋਤ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ। ਫਿਰ ਗਾੜੀ ਵੀਰਪਾਲ ਜੀ ਆਏ ਸੀ ਤੇ ਜੋਤ ਜੀ ਕਹਿੰਦੇ ਕੀ ਹਾਲ ਨੇ ਸਿਸਟਰ ਤੇ ਵਰਿੰਦਰ ਸੀਚੇਵਾਲ ਤੋਂ ਆਏ ਸੀ ਤੇ ਜੋਤਵੀਰ ਜੀ ਕਹਿੰਦੇ ਕਿੱਦਾਂ, ਹੁਣ ਠੀਕ ਹੋ ਸਿਸਟਰ? ਹਾਂਜੀ ਹੁਣ ਠੀਕ ਆ ਜੀ। ਸਿਮਰਨ ਦੀਦੀ ਆਏ ਸੀ, ਸਿਮਰਨ ਦੀਦੀ ਕਹਿੰਦੇ ਨੇ ਵਾਹ ਮੇਰੀ ਪਿਆਰੀ ਭੈਣ, ਬਹੁਤ ਬਹੁਤ ਮੁਬਾਰਕਾਂ ਜੀ, ਬਹੁਤ ਬਹੁਤ ਦੁਆਵਾਂ, ਸ਼ੁਕਰੀਆ ਜੀ ਇੰਨਾ ਪਿਆਰ ਸਤਿਕਾਰ ਦੇਣ ਲਈ। ਜੋਤਵੀਰਾ ਜੀ ਮੈਨੂੰ ਬੋਲ ਰਿਹਾ ਸੀ ਕਿ ਇਨਬਾਕਸ ਵਿੱਚ ਮੈਸੇਜ ਕਰਦਾ, ਉੱਥੇ ਦੇਖ ਲਿਓ, ਠੀਕ ਆ ਸੀ ਪ੍ਰੋਗਰਾਮ ਤੋਂ ਬਾਅਦ ਵਿੱਚ। ਸਿਮਰਨ ਕੌਰ ਜੀ ਕਹਿੰਦੇ ਨੇ ਤੁਸੀਂ ਕੁਝ ਸਹੀ ਲੱਗਦੇ ਹੋ, ਸ਼ੁਕਰੀਆ ਜੀ ਤੁਹਾਡੀਆਂ ਦੁਆਵਾਂ ਨਾਲ, ਤੁਹਾਡੀਆਂ ਗੱਲਾਂ ਬਾਤਾਂ ਨਾਲ। ਗੁਰਪ੍ਰੀਤ ਸਿੰਘ ਆਏ ਸੀ ਅੱਗੇ, ਸੋ ਬਾਅਦ ਚ ਸਿਮਰਨ ਜੀ ਕਹਿੰਦੇ ਵਾਹ ਹਮੇਸ਼ਾ ਦੁਆਵਾਂ ਜੀ। ਫਿਰ ਜੋਤਵੀਰ ਜੀ ਕਹਿੰਦੇ ਨੇ ਮੇਰੀ ਭੈਣ ਜਲਦੀ ਠੀਕ ਹੋ ਜਾਵੇ, ਸ਼ੁਕਰੀਆ ਜੀ। ਰਾਮਜੀਤ ਵੀਰ ਜੀ ਸਤਿ ਸ਼੍ਰੀ ਅਕਾਲ ਬੁਲਾ ਕੇ ਗਏ ਨੇ। ਫਿਰ ਪੁੱਛਦੇ ਨੇ ਕਿ ਸਿਹਤ ਕਿਵੇਂ ਆ ਭੈਣ? ਅਮਨਦੀਪ ਜੀ ਹੁਣ ਠੀਕ ਆ ਵੀਰੇ ਥੋੜੀ ਜੀ। ਸੁਖਦੇਵ ਜੀ ਆਏ ਸੀਗੇ, ਬਾਅਦ ਵਿੱਚ ਸਹਿਕੋਟ ਤੋਂ ਕਮਲੇਸ਼ ਆਏ ਸੀਗੇ ਤੇ ਉਹ ਵੀ ਪ੍ਰੋਗਰਾਮ ਦੇਖ ਰਹੇ ਨੇ, ਸ਼ੁਕਰੀਆ ਜੀ ਬਹੁਤ ਬਹੁਤ ਪਿਆਰ ਸਤਿਕਾਰ ਦੇਣ ਲਈ। ਸੋ ਅੱਜ ਲਈ ਇੰਨਾ ਹੀ, ਕੋਸ਼ਿਸ਼ ਕਰਾਂਗੀ ਕਿ ਮੈਂ 3:30 ਵਾਲਾ ਪ੍ਰੋਗਰਾਮ ਪਿਕਅਪ ਕਰ ਪਾਵਾਂ, ਜੇ ਮੇਰੀ ਸਿਹਤ ਵੱਲ ਵਿੱਚ ਰਹੀ ਤਾਂ ਜ਼ਰੂਰ, ਜੇ ਨਹੀਂ ਤੇ ਫਿਰ ਮੈਂ ਮਾਫੀ ਚਾਹਾਂਗੀ, ਕੱਲ ਦੇ ਪ੍ਰੋਗਰਾਮ ਦੇ ਵਿੱਚ ਆਵਾਂਗੀ। ਸੋ ਅੱਜ ਲਈ ਇੰਨਾ ਹੀ। ਜੋਤਵੀਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੇ ਆਓ ਜੀ ਚੱਲਦੇ ਹਾਂ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਹੱਸਦੇ ਰਹੋ।